पातशाह जी, इको सिख के सारे टीम मैंबरस, फॉरेस्ट मेकरस, सारे सच्चे पातशाह जी आप जी की याद के जुड़े हाँ। अपना मेहर भरिया हथ रखो जी। सारे टीम मैंबरस नूं चढ़ती कला बख्शो, अपने कारज लगा के रखो सच्चे पातशाह जी। निमरता बख्शनी, सेवा भावनी बख्शनी सच्चे पातशाह। हमेशा आप जी का नाम जपते हैं, आप जी की किरत करते हैं सच्चे पातशाह जी। आप जी के दिते उपदेशों के उत्ते चलन का उत्साह उमंग हमेशा चाह बख्शनी जी। हमेशा हमेशा भी आप जी सहाय होना। हर मैदान फतेह बख्शनी सच्चे पातशाह जी। पढ़ाइयों में सफलता बख्शनी, जीवन सफलताएं बख्शनी, हर मैदान फतेह बख्शनी सच्चे पातशाह जी। इको सिख की सारी टीम इंटरनैशनली सारे जिथे कितने भी सच्चे पातशाह जी अपने सिख भैन भरा वातावरण लिए काम कर रहे हैं, उन्होंने आप जी सहाय हो सच्चे पातशाह जी। शुभेंदु शर्मा जी साढ़े विच हैं सच्चे पातशाह जी। गाइडेंस देने लिए इन्हों उत्ते अपना मेहर भरिया हथ रखना, ताकि सारे संसार दे विच जो ये कारज कर रहे हैं सच्चे पातशाह जी उन्होंने बढ़ावा होवे। चढ़ती कला बख्शना सच्चे पातशाह जी। सारे टीम मैंबरों उत्ते अपना मेहर भरिया हथ रखना जी। परिवारों उत्ते अपना मेहर भरिया हथ रखना जी। सारी समूह सिख संगत के उत्ते अपना मेहर भरिया हथ रखना, समूह संसार के उत्ते अपना मेहर भरिया हथ रखना। इस वक्त के कारज रास करने सही प्यारे मेलो जिन्ना मिलिया तेरा नाम चिते आवे। नानक नाम चढ़ती कला तेरे भाने सरबत दा भला। वाहिगुरू जी का खालसा, वाहिगुरू जी की फतेह। नाम इकट्ठे देखते बिकॉज जनरली डॉक्टर साहब चरणवीर जी और शुभेंदु जी ਜਦੋਂ ਅਸੀਂ ਮਿਲਦੇ ਆ ਨਾ, ਅਸੀਂ ਸਾਰੇ ਅੰਡਰ ਸਟ੍ਰੈਸ ਹੁੰਦੇ ਆ, ਕਿਉਂਕਿ ਕਿਸੇ ਨਾ ਕਿਸੇ ਇਵੈਂਟ ਤੇ ਮਿਲ ਰਹੇ ਹੁੰਦੇ ਆ। ਔਰ ਹਰ ਕੋਈ ਜਿਹੜਾ ਬੰਦਾ ਜਿਹੜੀ ਡਿਊਟੀ ਸੰਭਾਲ ਰਿਹਾ ਹੁੰਦਾ ਹੈ ਜਾਂ ਫੋਰੈਸਟ ਤੇ ਮਿਲ ਰਹੇ ਹੁੰਦੇ ਆ, ਤੇ ਉਹ ਆਪਣੀ ਜ਼ਿੰਮੇਵਾਰੀ ਦੀਆਂ ਹੀ ਗੱਲਾਂ ਅਸੀਂ ਆਪਸ 'ਚ ਕਰਦੇ ਆ। ਕਿ ਜੇ ਮੈਂ ਮੇਰੀ ਗੱਲ ਕਰੋ ਕਿ ਮੈਂ ਆਉਂਦਿਆਂ ਅੱਜ ਜਿਵੇਂ ਸਾਰਿਆਂ ਨੂੰ ਗ੍ਰੀਟ ਕੀਤਾ, ਮੈਨੂੰ ਨਹੀਂ ਲੱਗਦਾ ਮੈਂ ਹਰ ਵਾਰੀ ਕਰ ਪਾਉਂਦੀ ਆ, ਬਿਕੋਜ਼ ਮੈਨੂੰ ਕੰਮ ਯਾਦ ਆਉਣੇ ਸ਼ੁਰੂ ਹੋ ਜਾਂਦੇ। ਇਫ ਆਈ ਲੁੱਕ ਐਟ ਸਤਵੀਰ ਤੇ ਮੈਂ ਇਹਨੂੰ ਪੁੱਛਦੀ ਹੋ ਗਿਆ, ਇਹ ਹੋਇਆ ਕਿ ਨਹੀਂ ਹੋਇਆ, ਇਹ ਕੰਮ ਹਾਲੇ ਸਾਡੇ ਪੈਂਡਿੰਗ ਹੈ। ਐਂਡ ਐਜ਼ ਫਾਰ ਐਜ਼ ਪ੍ਰਭੂਲੀਨ ਇਜ਼ ਦੇਅਰ, ਬੰਦਨਜੋਤ, ਪਵਨੀਤ, ਪ੍ਰਭਪਾਲ ਇਜ਼ ਦੇਅਰ। ਸੋ ਇਹਨਾਂ ਨਾਲ ਵੀ ਸਾਡੇ ਨਾਲ ਜੁੜਿਆ ਇਵੈਂਟਸ 'ਤੇ, ਜਿਵੇਂ ਕੋਈ ਕਲਾਈਮੇਟ ਮੀਟ ਹੋਈ ਜਾਂ ਫੋਰੈਸਟ ਕ੍ਰੀਏਸ਼ਨ ਹੋਇਆ ਜਾਂ VID ਹੋਈ। ਸੋ ਜਦੋਂ ਵੀ ਅਸੀਂ ਇੱਕ ਦੂਜੇ ਨੂੰ ਮਿਲਦੇ ਹਾਂ, ਇਹਨਾਂ ਨੂੰ ਉਸੇ ਫਰੇਮ ਵਿੱਚ ਅਸੀਂ ਮਿਲਦੇ ਹਾਂ ਕਿ ਇੱਕ ਡਿਊਟੀ ਦੇ ਪੱਖ ਤੋਂ ਬੜੇ ਹੀ ਜ਼ਿੰਮੇਵਾਰੀ ਵਾਲੇ ਫਰੇਮ ਦੇ ਵਿੱਚ ਇਹ ਸਾਡੇ ਨਾਲ ਆ ਕੇ ਖੜੇ ਹੁੰਦੇ ਨੇ। ਔਰ ਰਿਗਾਰਡਿੰਗ ਫੋਰੈਸਟ ਕ੍ਰੀਏਟਰਸ ਜਿਹੜੇ ਨੇ, ਇਹਨਾਂ ਨੂੰ ਅਸੀਂ ਥਰੂ ਵੀਡੀਓਜ਼ ਜ਼ਿਆਦਾ ਮਿਲਦੇ ਹਾਂ, ਕਿਉਂਕਿ ਜਦੋਂ ਇਹ ਲਾਈਵ ਹੁੰਦੇ ਨੇ, ਆਪਣੀ ਵੀਡੀਓਜ਼ ਪਾਉਂਦੇ ਨੇ, ਉਹਦੇ ਤੋਂ ਇਹ ਮੇਰੇ ਖਿਆਲ ਬਾਕੀ ਸਾਰਿਆਂ ਨੂੰ ਵੀ ਆਪਣੇ ਆਪ ਨਾਲ ਜਾਣੂ ਕਰਵਾਉਂਦੇ ਨੇ। ਸੋ ਵੀ ਐਕਸਟੈਂਡ ਯੂ ਅ ਵੈਰੀ ਵਾਰਮ ਵੈਲਕਮ ਇਕੋ ਸਿੱਖ ਟੀਮ ਮੈਂਬਰਸ। We are there because of you. We all are there because of you. और ਤੁਹਾਡਾ ਜਿਹੜਾ ਕੰਮ ਹੈਗਾ ਉਹਦਾ ਡੰਕਾ ਵਜਾਉਣ ਵਾਸਤੇ ਸਾਡੇ ਕੋਲ ਡਾਕਟਰ ਰਾਜਵਨ ਨੇ, ਚਰਨਵੀਰ ਜੀ ਨੇ, ਔਰ ਸਾਨੂੰ ਗਾਈਡ ਕਰਨ ਵਾਸਤੇ ਸ਼ੁਭੇਂਦੂ ਜੀ ਨੇ। who takes such a pain always, ਜੇ ਹਾਲਾਂਕਿ ਉਹ ਇਹਨੂੰ ਐਜ਼ ਪਲੇਜ਼ਰ ਲੈਂਦੇ ਨੇ, he doesn't consider it as pain, ਪਰ ਸਾਨੂੰ ਲੱਗਦਾ ਹੈ ਕਿ ਉਹ ਇੰਨੀ ਦੂਰੋਂ ਖਾਸ ਸਾਡੇ ਵਾਸਤੇ ਜਿਹੜਾ ਹੈ ਉਹ ਪੈਂਡਾ ਕਰਕੇ ਆਉਂਦੇ ਨੇ, ਆਪਣਾ ਟਾਈਮ ਕੱਢਦੇ ਨੇ, ਆਪਣੀ ਐਫਰਟ ਇੰਨੀ ਲਗਾਉਂਦੇ ਨੇ, ਔਰ ਇੰਨੀ ਬਿਊਟੀਫੁਲੀ ਆਪਣੀ ਜਿਹੜੀ ਨੌਲੇਜ ਹੈਗੀ ਹੈ ਉਹਨੂੰ ਸਾਡੇ ਨਾਲ ਬਿਨਾਂ ਕੋਈ ਲੁਕਾ ਕੀਤੇ ਉਹਨੂੰ ਸ਼ੇਅਰ ਕਰਦੇ ਨੇ। ਛੋਟੇ ਬੱਚੇ ਹੁੰਦੇ ਨੇ ਕਿ ਜਦੋਂ ਕੰਮ ਕਰ ਲੈਂਦੇ ਨੇ ਨਾ, ਤੇ ਆਦਤ ਹੁੰਦੀ ਹੈ ਕਿ ਮੈਂ ਕੰਮ ਕੀਤਾ ਔਰ ਮੈਂ ਕਿਸੇ ਨੂੰ ਨਹੀਂ ਦਿਖਾਉਣਾ। ਪਰ ਇਹਨਾਂ ਤੋਂ ਸਾਨੂੰ ਇਹ ਸਿੱਖਣ ਨੂੰ ਮਿਲਦਾ ਕਿ ਜੋ ਵੀ ਮੈਂ ਕੰਮ ਕੀਤਾ ਉਹ ਸਾਰਿਆਂ 'ਚ ਸ਼ੇਅਰ ਕਰ ਦਿਓ, ਬਿਕੋਜ਼ ਜਦੋਂ ਅਸੀਂ ਸਾਰਿਆਂ 'ਚ ਸ਼ੇਅਰ ਕਰਦੇ ਹਾਂ ਤਾਂ ਉਹ ਕਈ ਗੁਣਾ ਮਲਟੀਪਲਾਈ ਹੋ ਕੇ, ਔਰ ਅੱਜ ਅਸੀਂ ਉਹਦੇ ਰਿਜ਼ਲਟਸ ਦੇਖ ਰਹੇ ਹਾਂ ਕਿ ਬਿਕੋਜ਼ ਆਫ ਇਹ ਫੋਰੈਸਟ ਐਂਡ ਬਿਕੋਜ਼ ਆਫ ਦ ਨੌਲੇਜ ਜਿਹੜੀ ਸਾਨੂੰ ਸਾਰਿਆਂ ਨੂੰ ਮਿਲੀ ਹੈ, ਉਹਦਾ ਜਿਹੜਾ ਫਰੂਟਸ ਹੈ ਉਹ ਸਾਡੀ ਸਾਰਿਆਂ ਦੇ ਅੱਖਾਂ ਦੇ ਸਾਹਮਣੇ। ਔਰ ਸਾਡਾ ਜਿਹੜਾ ਕੌਨਫੀਡੈਂਸ ਲੈਵਲ ਹੈ ਉਹ ਕਿੰਨਾ ਜ਼ਿਆਦਾ ਹਾਇਰ ਹੋ ਚੁੱਕਾ ਹੈ, ਔਰ ਉਹ ਬਿਲਕੁਲ ਇਸ ਲਈ ਹੋਇਆ ਬਿਕੋਜ਼ ਸਾਨੂੰ ਪਤਾ ਹੈ ਕਿ ਸਾਡੀ ਪਿੱਠ 'ਤੇ ਸਾਡੇ ਨਾਲ ਸ਼ੁਭੇਂਦੂ ਜੀ ਖੜੇ ਨੇ। So I want you to give him a round of applause. A very loud round of applause. And we can give you
हमारे enthusiasm को reflect करती है and it's unlimited in us. Thank you so much once again. Please. अरे वैसे रुकन ਨੂੰ ਜੀ ਨਹੀਂ ਸੀ ਕਰਦਾ नहीं करना वही मैं क्या कि unlimited है, ਅਸੀਂ ਲਿਮਿਟ ਨਹੀਂ ਲਗਾ ਸਕਦੇ ਕਿ ਇੱਥੇ ਰੁਕਣਾ ਹੈ. So in the same manner I think we should encourage the efforts of our very beloved Veer ji, Charan Veer ji, who has been giving us the untiring support. और छोटे वीर ਤੇ ਛੋਟੇ ਭੈਣਾਂ ਸਮਝ ਕੇ ਉਹਨਾਂ ਨੇ ਹਰ ਇੱਕ ਆਪਣਾ ਆਈਡੀਆ ਜਿਹੜਾ ਹੈ ਉਹਨੂੰ ਸ਼ੇਅਰ ਕੀਤਾ ਹੈ. ਔਰ ਇਹ ਵੀ ਉਹੀ ਗੱਲ ਹੈ ਸ਼ੇਅਰਿੰਗ ਦੀ. ਪਹਿਲੇ ਵੀ ਮੈਂ ਸ਼ੁਭੇਂਦੂ ਜੀ ਦੀ ਗੱਲ ਕੀਤੀ ਕਿ ਉਹਨਾਂ 'ਚ ਵੀ ਇਹ ਬੜਾ ਵੱਡਾ ਗੁਣ ਹੈ ਸਿੱਖਣ ਵਾਲਾ ਆਫ ਸ਼ੇਅਰਿੰਗ. ਔਰ ਇਹਨਾਂ ਦੀ ਜਦੋਂ ਮੈਂ ਗੱਲ ਕਰਦੀ ਹਾਂ ਤੇ ਨਾਲ ਮੈਂ ਕਹਿ ਦਿੰਦੀ ਹਾਂ ਕੇਅਰਿੰਗ, ਕਿਉਂਕਿ ਇਹ ਵੱਡੇ ਵੀਰ ਵਾਂਗੂ ਸਾਨੂੰ ਹਮੇਸ਼ਾ ਗਾਈਡ ਕਰਦੇ ਨੇ. ਔਰ ਹਮੇਸ਼ਾ ਤਾਂ ਹੀ ਕੋਈ ਗੱਲ ਕਿਸੇ ਨਾਲ ਸ਼ੇਅਰ ਕਰਦਾ ਹੈ, ਕੋਈ ਆਈਡੀਆ ਦਿੰਦਾ ਹੈ ਜਦੋਂ ਉਹਨੂੰ ਇਹ ਵਿਸ਼ਵਾਸ ਹੋਏ ਕਿ ਦੂਜਾ ਬੰਦਾ ਮੇਰੇ ਆਈਡੀਆ ਨੂੰ ਪਿਕ ਕਰੇਗਾ. ਸੋ ਇਟ ਇਜ਼ ਅ ਟੂ ਵੇ ਪ੍ਰੋਸੈਸ, ਰਾਈਟ? ਸੋ ਇਹਨਾਂ ਦੇ ਵੀ ਅਸੀਂ ਬਹੁਤ ਜ਼ਿਆਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਕਿ ਖਾਸ ਮੁੰਬਈ ਤੋਂ ਆਪਣਾ ਮਾਡਲ ਜਿਹੜਾ ਹੈ ਉਹ ਸਾਨੂੰ ਵਾਹਿਗੁਰੂ ਜੀ ਦੀ ਕਿਰਪਾ ਨਾਲ ਸਾਡੀ ਸਾਂਝ ਇਹਨਾਂ ਨਾਲ ਪਈ, ਈਕੋਸਿਟੀ ਡਾਕਟਰ ਰਾਜਵੰਤ ਦੀ ਪਈ, ਜਿਹਦੇ ਕਰਕੇ ਮਾਡਲ ਨੂੰ ਅਸੀਂ ਅੱਗੇ ਤੋਰ ਸਕੇ. ਔਰ ਅੱਜ ਜਦੋਂ ਮੈਂ ਅਖਬਾਰ ਦੀਆਂ ਤੁਸੀਂ ਮੈਨੂੰ ਭੇਜੀਆਂ ਉਹ ਕਲਿੱਪਿੰਗਸ ਜਿਹੜੀ ਹੁਣ ਅਸੀਂ ਪ੍ਰੈਸ ਕਾਨਫਰੰਸ ਕੀਤੀ ਹੈ ਔਰ ਜਿਹਦੇ ਉੱਥੇ ਰਿਪੋਰਟਰ ਸੀਗੇ ਉਹਨਾਂ ਦੇ ਵੀ ਇਹ ਸੀ ਕਿ ਹਾਂ ਇਹ ਕੁਝ ਕਹਿ ਕੇ ਗਏ ਸੀ ਪਿਛਲੇ ਸਾਲ ਐਂਡ ਅਗੇਨ ਦੇ ਆਰ ਲੁਕਿੰਗ ਵੈਰੀ ਕੌਨਫੀਡੈਂਟ ਐਂਡ ਮੋਰ ਹੈਪੀ. ਮੈਨੂੰ ਇਹ ਫੀਲਿੰਗ ਆ ਰਹੀ ਸੀ ਉੱਥੇ ਬੈਠਿਆ ਕਿ ਉਹਨਾਂ ਨੂੰ ਇਹ ਲੱਗ ਰਿਹਾ ਹੈ ਕਿ ਅਸੀਂ ਪਿਛਲੀ ਵਾਰੀ ਜੋ ਅਨਾਉਂਸ ਕੀਤਾ ਸੀ ਆਪਣਾ ਟਾਰਗੇਟ ਉਸ ਤੋਂ ਕਿਤੇ ਜ਼ਿਆਦਾ ਖੁਸ਼ ਔਰ ਕਿਤੇ ਜ਼ਿਆਦਾ ਕੌਨਫੀਡੈਂਟ ਔਰ ਕਿਤੇ ਜ਼ਿਆਦਾ ਜ਼ੋਰ ਨਾਲ ਇਹ ਉਹਨਾਂ ਨੂੰ ਕਹਿ ਰਿਹਾ ਕਿ ਹਾਂਜੀ ਯੂ ਆਰ ਮੋਸਟ ਵੈਲਕਮ ਟੂ ਵਿਜ਼ਿਟ, ਆਓ ਤੇ ਦੇਖੋ ਤੇ ਸਾਡੇ ਨਾਲ ਜੁੜੋ. ਅੱਗੇ ਅਸੀਂ ਕੀ ਕਹਿ ਰਹੇ ਸੀ ਕਿ ਇਹ ਕਰੋ, ਅਸੀਂ ਇਹ ਕਰਨ ਜਾ ਰਹੇ ਹਾਂ. ਅਸੀਂ ਇਹ ਨਹੀਂ ਕਹਿੰਦੇ ਸੀ ਕਿ ਹਾਂਜੀ ਸਾਰੇ ਸਾਡੇ ਨਾਲ ਆਓ, ਰਾਈਟ? ਉਦੋਂ ਵੀ ਕਿਹਾ ਸੀ ਪਰ ਉਹ ਕਿਸੇ ਹੋਰ ਸੈਂਸ ਸੀ ਕਿ ਅਸੀਂ ਇਹ ਮਨਾਉਣ ਜਾ ਰਹੇ ਹਾਂ ਤੇ ਅਸੀਂ ਇਹ ਕਰਨ ਜਾ ਰਹੇ ਹਾਂ. ਪਰ ਇਸ ਵਾਰ ਉਹਨਾਂ ਨੂੰ ਇੰਨੀ ਖੁਸ਼ੀ ਹੋ ਰਹੀ ਸੀ, ਉਹ ਦੁਬਾਰਾ ਚੈੱਕ ਕਰ ਰਹੇ ਸੀ ਡਾਕਟਰ ਸਾਹਿਬ ਤੋਂ ਵੀ ਚਰਨਵੀਰ ਜੀ ਤੋਂ ਵੀ ਕਿ ਤੁਸੀਂ ਪੰਜਾਬ 'ਚ ਕਿੰਨੇ ਲਾ ਲਏ, ਤੁਸੀਂ ਟੋਟਲ ਕਿੰਨੇ ਲਾ ਲਏ. ਵਾਈ ਦੇ ਵਰ ਚੈਕਿੰਗ. ਅਸੀਂ ਕਦੋਂ ਦੁਬਾਰਾ ਚੈੱਕ ਕਰਨ ਦੀ ਕੋਸ਼ਿਸ਼ ਕਰਦੇ ਹਾਂ? ਐਨੀ ਆਈਡੀਆ? ਜਦੋਂ ਸਾਨੂੰ ਵਿਸ਼ਵਾਸ ਨਹੀਂ ਹੁੰਦਾ ਕਿ ਇਹ ਸੱਚ ਬੋਲ, ਜਾਂ ਹੋ ਸਕਦਾ ਦੂਜੀ ਵਾਰੀ ਕੋਈ ਹੋਰ ਫਿਗਰ ਕਹਿ ਦੇਣ. ਜਨਰਲੀ ਇੰਝ ਹੀ ਹੁੰਦਾ ਹੈ ਆਮ ਜਦੋਂ ਪ੍ਰੈਸ ਕਾਨਫਰੰਸ ਹੁੰਦੇ ਆ ਐਲਾਨ ਕੁਝ ਹੋਰ ਹੁੰਦਾ ਹੈ ਤੇ ਹੌਲੀ ਮਤਲਬ ਜਾਂ ਸਾਡੀ ਆਵਾਜ਼ ਥੜਕ ਜਾਂਦੀ ਹੈ, ਅਸੀਂ ਕਹਿੰਦੇ ਵੀ ਨਹੀਂ ਇਹ ਤਾਂ ਹੋਇਆ ਨਹੀਂ, ਹਾਊ ਕੈਨ ਵੀ ਸੇ ਇਟ ਅਗੇਨ ਐਂਡ ਅਗੇਨ. ਬਟ ਦਿਸ ਟਾਈਮ ਦੇ ਵਰ ਆਸਕਿੰਗ, ਮੈਨੂੰ ਲੱਗਦਾ ਹਰ ਇੱਕ ਰਿਪੋਰਟਰ ਹੀ ਪੁੱਛ ਰਿਹਾ ਸੀ ਕਿ ਵੀ ਦੱਸੋ ਜੀ ਕਿੰਨੇ ਤੁਸੀਂ ਫੋਰੈਸਟ ਲਗਾ ਲਏ ਔਰ ਪੰਜਾਬ 'ਚ ਕਿੰਨੇ ਲਗਾ ਲਏ. ਔਰ ਜਦੋਂ ਇੰਨੀ ਜ਼ੋਰ ਦੀ ਡਾਕਟਰ ਰਾਜੂ ਨੂੰ ਕਿਹਾ ਸੀ 43 ਔਰ ਟੋਟਲ 58. So it was like, it was giving us such a good feeling that we have accomplished something. So hats off to Charanveer ji for bringing this. ਕਰਦਾ ਸੀ ਅੱਜ ਅਸੀਂ ਸਾਰੇ ਅਸ਼ਟਭੁਜਾ ਹੁੰਦੇ, ਚਾਰ ਤਾੜੀਆਂ ਵੱਜਦੀਆਂ ਇਕੱਠੀਆਂ. So thank you so much, and we are so proud of our team who is heading us in all these activities of EcoSig. So as far as the gathering is concerned, the audience is concerned, ਮੈਂ ਅੱਗੇ ਕਿਹਾ ਕਿ ਟੂ ਵੇ ਹੁੰਦਾ ਹੈ. ਤਾੜੀ ਇੱਕ ਹੱਥ ਨਾਲ ਤੇ ਵੱਜਦੀ ਨਹੀਂ ਹੈ. ਹੁਣ ਅਸੀਂ ਤਾੜੀਆਂ ਮਾਰੀਆਂ ਇੱਕ ਹੱਥ ਨਾਲ, ਕਿੰਨੀ ਕੁ ਜ਼ੋਰ ਦੀ ਮਾਰ ਲਾਂਗੇ. ਸਾਰੇ ਸਪੀਕਰ ਸਾਨੂੰ ਦੱਸਦੇ ਨੇ ਵੀ ਇੱਕ ਹੱਥ ਨਾਲ ਕੁਝ ਨਹੀਂ ਹੋ ਸਕਦਾ. ਨਾ ਟ੍ਰੇਨ ਚੱਲ ਸਕਦੀ ਹੈ, ਨਾ ਸਾਈਕਲ ਇੱਕ ਪਹੀਏ ਨਾਲ ਚੱਲ ਸਕਦਾ ਹੈ. ਹੈਗੇ ਆ ਸਾਈਕਲ ਜਿਹੜਾ ਇੱਕ ਪਹੀਏ ਨਾਲ ਚੱਲਦਾ ਹੈ, ਪਰ ਉਹਨੂੰ ਵੀ ਦੋ ਪੈਰ ਲੱਗਦੇ ਨੇ. ਉਹਨੂੰ ਵੀ ਦੋ ਪੈਰ ਚਾਹੀਦੇ ਹੈ ਚੱਲਣ ਵਾਸਤੇ ਤੇ ਹੈਂਡਲ ਨੂੰ ਫੜਨ ਵਾਸਤੇ ਦੋ ਹੱਥਾਂ ਦੀ ਲੋੜ ਪੈਂਦੀ ਹੈ. ਸੋ ਵੀ ਆਰ ਇਨਕੰਪਲੀਟ ਵਿਦਆਊਟ ਆਵਰ ਟੀਮ. As I said, without our forest creators, ਜੇ ਉਹ ਸਾਡੇ ਨਾਲ ਨਾ ਖੜੇ ਹੁੰਦੇ ਤੇ ਅਸੀਂ ਸ਼ਾਇਦ ਇੰਨੇ ਜੰਗਲ ਜਿਹੜੇ ਆ ਲਗਾਉਂਦੇ ਤਾਂ ਫਿਰ ਵੀ, ਪਰ ਇੰਨੇ ਜੰਗਲ ਜਿਹੜੇ ਆ ਉਹ ਨਾ ਲਗਾ ਸਕੇ. ਔਰ ਮੈਨੂੰ ਇੱਥੇ ਇੱਕ ਗੱਲ ਯਾਦ ਆ ਰਹੀ ਹੈ
ਕੋਈ 15-20 ਦਿਨ ਪਹਿਲੇ ਦੀ ਗੱਲ ਹੋਏਗੀ, ਜਦੋਂ ਸਾਡੀ ਮੀਟਿੰਗ ਸੀ ਆਫਿਸ ਦੇ ਵਿੱਚ। ਅਸੀਂ ਬਹੁਤ ਲੜਦੇ ਵੀ ਆ, ਗੱਲਾਂ ਵੀ ਬੜੀਆਂ ਕਰਦੇ ਆ, ਉੱਥੋਂ ਹੀ ਆਈਡੀਆਜ਼ ਵੀ ਨਿਕਲਦੇ ਤੇ ਕੰਮ ਵੀ ਕਰ ਲੈਂਦੇ ਆ। ਤੇ ਮੈਂ ਵੈਸੇ ਹੀ ਕੈਜੂਅਲੀ ਗੱਲ ਕੀਤੀ ਕਿ ਮੇਰੇ ਮਨ ਦੇ ਵਿੱਚ ਨਾ ਕਦੀ ਆਉਂਦਾ ਹੈ ਕਿ ਜਿਵੇਂ ਟੀਵੀ ਦੀ ਸਕਰੀਨ 'ਤੇ ਆਪਾਂ ਖਬਰਾਂ ਸੁਣਦੇ ਆ ਨਾ, ਕਿ ਉਹਦੇ ਤੇ ਮਲਟੀਪਲ ਸਕਰੀਨਸ ਆ ਜਾਂਦੀਆਂ ਨੇ ਔਰ ਮਲਟੀਪਲ ਜਗ੍ਹਾ ਤੋਂ ਰਿਪੋਰਟਰਸ ਜਿਹੜੇ ਨੇ ਉਹ ਰਿਪੋਰਟ ਕਰ ਰਹੇ ਹੁੰਦੇ ਨੇ ਕੋਈ ਇਵੈਂਟ, ਤੇ ਬੜਾ ਚੰਗਾ ਲੱਗਦਾ ਹੈ ਕਿ ਹੁਣ ਜੀ ਇੱਥੇ ਹੋ ਰਿਹਾ, ਹੁਣ ਇੱਥੇ ਹੋ ਰਿਹਾ, ਹੁਣ ਇੱਥੇ ਹੋ ਰਿਹਾ, ਹੁਣ ਇੱਥੇ ਹੋ ਰਿਹਾ। ਸੋ ਆਪਾਂ ਦਾ ਜੰਗਲ ਜਿਲਾਣਾ ਨਾ ਕੁਝ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਕਿ ਇੱਕੋ ਦਿਨ ਦੇ ਵਿੱਚ ਜਾਂ ਤੇ ਇਕੱਠੇ ਅਲੱਗ-ਅਲੱਗ ਜਗ੍ਹਾਵਾਂ ਤੇ ਮਿਲਦੇ ਨੇ। ਸੋ ਸਤਵੀਰ ਵਾਸ देयर in that meeting. I think Pavneet, you were also there. Prapal, you were there? No, he wasn't there. Pavneet was there. ਔਰ ਮੈਨੂੰ ਹੁਣ ਯਾਦ ਨਹੀਂ ਕਿ ਕੋਈ ਹੋਰ ਵੀ ਉੱਥੇ ਸੁਣ ਰਿਹਾ ਸੀ ਸਾਡੀ ਗੱਲ ਸੁਣੀ। ਹੈ ਸੀ ਕੌਣ ਸੀ? ਗੁਰੂ ਜੀ ਆਪ। ਹਾਂ ਸਹੀ, ਸਾਰੇ ਪਾਸੇ ਸੀ। ਸੋ ਮੈਂ ਉਸ ਦਿਨ ਇਹਨਾਂ ਨਾਲ ਸ਼ੇਅਰ ਕੀਤੀ ਔਰ ਮੈਂ ਜਦੋਂ ਪਿਛਲੇ ਲਾਸਟ ਵੀਕ ਆਫਿਸ ਗਈ ਹਾਂ, ਹਾਲੇ ਜਦੋਂ ਡੇਂਗੂ ਨੇ ਆਪਣਾ ਅਸਰ ਨਹੀਂ ਦਿਖਾਇਆ ਸੀ। ਸੋ ਸਤਵੀਰ ਸੇਜ਼ ਮੈਮ ਤੁਹਾਡਾ ਸੁਪਨਾ ਇੰਝ ਲੱਗਦਾ ਸੱਚ ਹੋ ਰਿਹਾ। ਮੈਨੂੰ ਯਾਦ ਹੀ ਨਹੀਂ ਸੀ ਕਿ ਮੈਂ ਕੋਈ ਗੱਲ ਕਰਕੇ ਗਈ ਆ ਆਫਿਸ ਦੇ ਵਿੱਚ, ਐਂਡ ਸ਼ੀ ਸੈਡ ਕਿ ਮੈਮ ਜੰਗਲ ਦੇਖ ਲਓ ਕਿਵੇਂ ਲੱਗ ਰਿਹਾ, ਐਂਡ ਦ ਸੇਮ ਮੈਸੇਜ ਐਂਡ ਇਮੇਜ ਫਲੈਸ਼ਡ ਇਨ ਫਰੰਟ ਆਫ ਮਾਈ ਆਈਜ਼। ਯੈਸ, 12 days and 16 sacred forests. Wow. So this is पॉसिबल हुई कि कैजुअली आइडिया आया कि जी एंजॉय के बड़ा मज़ा आता है, बट इट वॉज पॉसिबल, इट वॉजंट इम्पॉसिबल। और इसलिए वी वांट आवर मेंटर्स टू कीप ऑन पुशिंग अस, टू कीप गिविंग अस न्यू टारगेट्स, नॉट जस्ट ऑफ 1 million but maybe many millions to come, so that we continue to prove ourselves and we continue to make more people with us, stand with us, be a support of EcoSIC and spread this beautiful message of environment conservation given to us by our gurus. So with these words, thank you everyone for taking out time and being here with all of us, because it's altogether a different feeling today and it's altogether a different mood that I am looking at all my colleagues here. Thank you very much again. Over to you, Ravi. ਭੈਣ ਜੀ ਨੇ ਜਿੰਨੀ ਤਕੜੀ ਸ਼ੁਰੂਆਤ ਕੀਤੀ ਹੈ ਨਾ ਜੀ, ਮੈਨੂੰ ਲੱਗਦਾ ਸਾਰੀਆਂ ਸਰੀਰ ਦੀਆਂ ਸਾਰੀਆਂ ਨਸਾਂ ਖੁੱਲ ਗਈਆਂ, ਇੱਕ ਇੱਕ ਰੋਮ ਰੋਮ ਚ ਖੂਨ ਤੇ ਆਕਸੀਜਨ ਚੰਗੀ ਪਹੁੰਚ ਚੁੱਕੀ ਹੈ। ਹਾਂਜੀ, inspiration basically from Ludhiana, ਤੇ working as a senior engineer in auto parts manufacturing company, ਤੇ EcoSIC ਨਾਲ ਸੇਵਾ ਕਰਨ ਦਾ ਬਹੁਤ ਚੰਗਾ ਮੌਕਾ ਮਿਲਿਆ ਮੈਨੂੰ, ਤੇ ਐਜ਼ ਅ ਅਸਿਸਟੈਂਟ ਮੈਂ 2 ਫੋਰੈਸਟ 'ਚ ਵਰਕ ਕੀਤਾ ਜੀ ਹੁਣ ਤੱਕ। ਮੇਰਾ ਨਾਮ ਹਰਮੇਹਰ ਕੌਰ ਹੈ, ਮੈਂ ਪ੍ਰੈਜ਼ੈਂਟਲੀ ਦਿੱਲੀ ਯੂਨੀਵਰਸਿਟੀ ਵਿੱਚ ਸਟੱਡੀ ਕਰ ਰਹੀ ਹਾਂ ਫਸਟ ਈਅਰ, ਤੇ ਮੈਂ ਜਿੰਨੀ ਦੇਰ ਇੱਥੇ ਸੀ ਉਨੀ ਦੇਰ ਮੈਂ EcoSIC ਲਈ ਪੋਸਟਰਸ ਵੀ ਬਣਾਏ ਹੈ, ਵਰਕਸ਼ੀਟਸ ਬਣਾਈਆਂ ਬੱਚਿਆਂ ਲਈ, ਤੇ ਅਸੀਂ ਦੋਨਾਂ ਨੇ ਰਲ ਕੇ ਸ਼ਬਦ ਵੀ ਪੜ੍ਹਿਆ। ਵਾਹ ਜੀ ਵਾਹ। ਮੇਰਾ ਨਾਮ ਤਵਲੀਨ ਕੌਰ ਹੈ, ਮੈਂ 11th 'ਚ ਪੜ੍ਹਦੀ ਹਾਂ ਅਤੇ ਕਲਾਈਮੇਟ ਮੀਟ ਵਿੱਚ ਪਾਰਟ ਲਿੱਤਾ ਅਤੇ ਸ਼ਬਦ। ਹਾਂਜੀ, ਮੇਰਾ ਨਾਮ ਇੰਦਰਜੀਤ ਸਿੰਘ ਹੈ ਜੀ, ਪਿੰਡ ਝੋਰੜਾ ਨਾਨਕਸਰ ਤੋਂ ਜੀ। ਤੇ ਸਾਡੇ ਪਿੰਡ ਦੇ ਵਿੱਚ ਕਾਫੀ ਵੱਡਾ ਪ੍ਰੋਜੈਕਟ ਲੱਗਣਾ ਥੋੜ੍ਹਾ ਜਿਹਾ ਕਾਰਨਾਂ ਕਰਕੇ ਰੁਕਿਆ ਹੋਇਆ। 609 ਬੂਟੇ ਲੱਗ ਚੁੱਕੇ, ਯਾਨੀ ਕਿ ਉਹ ਮੈਂ ਪਹਿਲਾ ਪ੍ਰੋਜੈਕਟ ਲਾਇਆ ਜੀ। ਬਾਕੀ ਜਿੱਥੇ ਵੀ ਸੇਵਾ ਦਾ ਮੌਕਾ ਮਿਲਿਆ ਮੈਂ ਹਾਜ਼ਰ ਹੁੰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਸੁਖਪ੍ਰੀਤ ਸਿੰਘ ਹੈ ਤੇ ਮੇਰਾ ਸਟੇਸ਼ਨਰੀ ਦਾ ਬਿਜ਼ਨਸ ਹੈ ਲੁਧਿਆਣੇ ਦੇ ਵਿੱਚ ਹੀ, ਤੇ ਮੈਂ ਐਜ਼ ਏ ਫੋਰੈਸਟ ਮੇਕਰ ਕੰਮ ਕਰ ਰਿਹਾ ਜੀ EcoSIC ਦੇ ਨਾਲ, ਤੇ ਮੈਂ ਨੀਅਰ ਅਬਾਊਟ 5 ਫੋਰੈਸਟ ਦੇ ਵਿੱਚ ਕਰ ਚੁੱਕਾ ਜੀ ਹਜੇ ਤੱਕ। ਮੇਰਾ ਨਾਮ ਸੰਨੀ ਗੋਰੀ, ਤਪਾ ਮੰਡੀ ਜ਼ਿਲ੍ਹਾ ਬਰਨਾਲਾ ਤੋਂ, ਤੇ ਪਿਛਲੇ 1 ਸਾਲ ਤੋਂ ਜ਼ਿਆਦਾ ਤੋਂ EcoSIC ਨਾਲ ਜੁੜਿਆ ਹੋਇਆ। ਅਸੀਂ ਟ੍ਰੈਡੀਸ਼ਨਲ ਪਲਾਂਟੇਸ਼ਨ ਤਾਂ ਕੰਟੀਨਿਊ ਕਰਦੇ ਰਹਿੰਦੇ ਹਾਂ,
ਆਫ ਸੀਜ਼ਨ ਛੱਡ ਕੇ। ਤੇ ਬਾਕੀ ਮੇਰਾ ਤਕਰੀਬਨ 5 ਫੋਰੈਸਟ ਦੇ ਵਿੱਚ ਪਾਰਟਿਸਪੇਸ਼ਨ ਹੈਗਾ ਏ। ਸਭ ਤੋਂ ਪਹਿਲਾਂ ਬਠਿੰਡਾ, ਫਿਰ ਨੀਮਸਾ, ਫਿਰ ਮਾਰੂਵਾਨ, ਫਿਰ ਮਾਨਸਾ ਤੇ ਇੱਕ ਮਾਛੀਵਾੜੇ ਕੋਲ ਲੱਗਿਆ। ਮਿਹਰ ਪ੍ਰਭਪਾਲ ਨਾਮ ਹੈ ਜੀ ਮੇਰਾ, ਤੇ ਐਜ਼ ਅਸਿਸਟੈਂਟ ਮੈਨੇਜਰ ਇਕੋਸਿਕ ਜੁਆਇਨ ਕੀਤਾ। ਇਹ ਜਿੰਨੀਆਂ ਵੀ ਸਾਡੀਆਂ ਹੌਟ ਕੁਐਰੀਜ਼ ਹੁੰਦੀਆਂ ਉਹਨਾਂ ਨੂੰ ਮੈਚੁਰ ਕਰਨਾ ਤੇ ਅਲੱਗ-ਅਲੱਗ ਜਗ੍ਹਾ ਤੇ ਜਾ ਕੇ ਉਹਨਾਂ ਨੂੰ ਮਿਲਣਾ, ਸਾਈਟ ਵਿਜ਼ਿਟ ਕਰਨੀ, ਉੱਥੋਂ ਦੇ ਸੋਇਲ ਸੈਂਪਲਸ ਇਕੱਠੇ ਕਰਨੇ, ਫਿਰ ਅੱਗੇ ਪ੍ਰੋਜੈਕਟ ਨੂੰ ਤੋਰਨਾ। ਇੰਨੀ ਕੁ ਸੇਵਾ ਬਾਕੀ ਸਿੱਖ ਰਿਹਾ ਇਕੋਸਿਕ ਦੇ ਵਿੱਚ। ਜਿੰਨਾ ਵੀ ਮੌਕਾ ਮਿਲਦਾ, ਮੈਨੂੰ ਵੈਸੇ ਲੱਗਦਾ ਨਹੀਂ ਕਿ ਮੈਂ ਜੌਬ ਕਰ ਰਿਹਾ, ਮੈਨੂੰ ਐਂ ਲੱਗਦਾ ਵੀ ਬਸ ਜਿੱਦਾਂ ਘਰੋਂ ਮੈਂ ਆ ਰਿਹਾ ਤੇ ਆਪਣੇ ਘਰ ਦੇ ਵਿੱਚ ਹੀ ਜਾ ਰਿਹਾ, ਫਿਰ ਆਪਦੇ ਘਰੇ ਚਲ ਜਾਣਾ ਸੌਣ ਵਾਸਤੇ। ਸੋ ਇਦਾਂ ਮੈਨੂੰ ਫੀਲ ਹੁੰਦਾ। ਮੈਂ ਤੇ ਨਾਲ ਐਡ ਵੀ ਕਰ ਦਿੰਦਾ, ਪ੍ਰਭਪਾਲ ਜੀ ਥੋੜਾ ਜਿਹਾ ਘੱਟ ਦੱਸਦੇ ਆ ਵੀ 1 ਮਹੀਨਾ ਮੈਂ 3 ਜਗ੍ਹਾ ਵਿੱਚ ਪਾਰਟ ਲਿੱਤਾ ਜੀ, 2 ਪੰਜਾਬ 'ਚ ਤੇ 1 ਜੰਮੂ ਐਂਡ ਕਸ਼ਮੀਰ। GND में अभी बीटेक सीएससी कर रहा हूँ एंड गिलपत्ती में ट्रेनिंग लेने के बाद मैंने 3 फर्स्ट मैचेस किया है। अभी लास्ट वीक हमने अपने कॉलेज में GND में इंटरव्यू लगाया था। तो उसकी GNE गुरु नानक देव इंजीनियरिंग कॉलेज 3rd ईयर मैकेनिकल का स्टूडेंट हूँ। गिलपत्ती में ट्रेनिंग लेने के बाद फिर सज्जन, पालम विहार, इंडो कैनेडियन, रेयान, फिर उसके बाद GNE में मेरा काम रहा है। GNE से पहले एज असिस्टेंट काम कर रहा था एंड GNE में एज अ कोऑर्डिनेटर काम किया है। एंड इकोसिक को बहुत बहुत थैंक यू कि इतना ज़्यादा डेवलपमेंट मेरी खुद की, और बहुत ज़्यादा खुशकिस्मत हूँ मैं कि मेरे को इस चीज़ का एक पार्ट बनाया गया। जी सारिਆਂ ਨੂੰ ਮੇਰਾ ਨਾਮ ਸਤਿੰਦਰ ਸਿੰਘ ਹੈ। ਮੈਂ ਪਿੰਡ ਅਕਾਲਗੜ੍ਹ ਤਹਿਸੀਲ ਰਾਏਕੋਟ ਤੋਂ ਬਿਲੋਂਗ ਕਰਦਾ ਹਾਂ ਤੇ ਮੈਂ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਵਿੱਚ 3rd ਈਅਰ CSE ਦਾ ਸਟੂਡੈਂਟ ਹਾਂ ਤੇ ਮੈਂ 3 ਫੋਰੈਸਟ ਵਿੱਚ ਪਾਰਟ ਲਿੱਤਾ ਸੀ ਤੇ ਲਾਸਟ ਸਾਡਾ GNE ਵਿੱਚ ਸੀਗਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰਾ ਨਾਮ ਗੁਰਕਮਲ ਸਿੰਘ ਹੈ ਜੀ ਤੇ ਮੈਂ ਲੁਧਿਆਣੇ ਤੋਂ ਬਿਲੋਂਗ ਕਰਦਾ। ਐਜ਼ ਏ ਇੰਟਰਨ ਮੈਂ ਇਕੋਸਿਕ ਦੇ ਵਿੱਚ ਜੁਆਇਨ ਕੀਤਾ ਸੀ। ਬਿਫੋਰ ਦੈਟ ਮੈਂ 3 ਸਾਲ ਵਲੰਟੀਅਰ ਰਿਹਾ ਜੀ ਇਕੋਸਿਕ ਦੇ ਨਾਲ ਐਂਡ ਰਾਈਟ ਨਾਓ ਫੋਰੈਸਟ ਕੋਆਰਡੀਨੇਟਰ। ਹਰੇਕ ਇਵੈਂਟ ਦੇ ਵਿੱਚ ਜਾਣਾ, ਸ਼ਮੂਲੀਅਤ ਕਰਨੀ ਜਿੱਥੇ ਪਹੁੰਚ ਸਕਦੇ ਹਾਂ ਤੇ ਆਫਿਸ ਵਰਕ ਐਜ਼ ਮਾਈ ਸੀਨੀਅਰ ਨੋਜ਼ ਕਿ ਸਾਰਾ ਚੱਲਦਾ ਹੀ ਹੈ ਜੀ ਵਧੀਆ ਤਰੀਕੇ ਨਾਲ। ਜਿੱਥੇ ਲੋੜ ਪੈਂਦੀ ਹੈ ਇਕੋਸਿਕ ਨੂੰ ਮੈਂ ਹਾਜ਼ਰ ਹਾਂ ਜੀ ਆਲਵੇਜ਼। ਖੁਸ਼ਖਬਰੀ ਕਰਦੀ ਸਾਰਿਆਂ ਨੂੰ ਪਲੀਜ਼। ਹਾਂਜੀ ਹਾਂਜੀ ਕਰ ਦਿਓ। 19 ਨਵੰਬਰ ਨੂੰ ਗੁਰਕਮਲ ਸਿੰਘ ਦੇ ਆਨੰਦ ਕਾਰਜ ਹੋਣ ਲੱਗੇ। 16 ਨਵੰਬਰ ਹਾਂਜੀ ਹਾਂਜੀ ਇਕੋਸਿਕ ਦੀ ਲੋੜ ਹੈ। ਤੁਸੀਂ ਜੰਗਲ 'ਚ ਤਾਂ ਨਹੀਂ ਕਰਾਉਣੇ? ਨਹੀਂ, ਮੌਕੇ ਤੇ ਜੰਗਲ ਲਗਾਵਾਂਗੇ। ਮੌਕੇ ਤੇ ਜੰਗਲ। ਸੋ ਮੁਰਨੀ ਸਿੰਘ ਇੱਕ 6 ਨਵੰਬਰ, ਇੱਕ 16 ਨਵੰਬਰ ਕੋਈ ਨਾ ਐਡਜਸਟ ਕਰ ਲੈਣੇ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੇਰਾ ਨਾਮ ਰਵਿੰਦਰ ਸਿੰਘ ਤੇ ਮੈਂ 1 ਸਾਲ ਪਹਿਲਾਂ ਸਾਡੇ ਕਾਲਜ ਜਦੋਂ ਸਰ ਆਏ ਸੀ ਉਦੋਂ ਅਸੀਂ ਮੈਮ ਦੇ ਥਰੂ ਅਸੀਂ ਇਕੋਸਿਕ ਨਾਲ ਜੁਆਇਨ ਕੀਤਾ ਤੇ ਉਸ ਤੋਂ ਬਾਅਦ ਸਾਨੂੰ ਮਾਰਚ 'ਚ ਇਹ ਫੋਰੈਸਟ ਤੇ ਜੋ ਇਕੋਸਿਕ ਦੀ ਟ੍ਰੇਨਿੰਗ ਸੀਗੀ ਗਿੱਲਪੱਤੀ, ਉੱਥੋਂ ਅਸੀਂ ਟ੍ਰੇਨਿੰਗ ਲਈ ਮਿਨੀ ਫੋਰੈਸਟ ਕਿਵੇਂ ਕ੍ਰੀਏਟ ਕੀਤਾ ਜਾਂਦਾ। ਉਸ ਤੋਂ ਪਹਿਲਾਂ ਸਾਨੂੰ ਨਹੀਂ ਸੀ ਪਤਾ ਕਿ ਐਵੇਂ ਵੀ ਕੁਝ ਕੰਮ ਹੋ ਸਕਦਾ ਤੇ ਉਹ ਜਦੋਂ ਅਸੀਂ ਟ੍ਰੇਨਿੰਗ ਫਸਟ ਡੇ ਲਈ ਵੀ ਸੀਗੀ ਉਦੋਂ ਵੀ ਸਾਨੂੰ ਇਹ ਲੱਗ ਰਿਹਾ ਸੀ ਕਿ ਨਹੀਂ ਬਸ ਐਵੇਂ ਇਹ ਕੁਝ ਨਹੀਂ ਹੈਗਾ ਇਸ ਦੇ ਵਿੱਚ। ਤੇ ਪਰ ਜਦੋਂ ਅਸੀਂ ਫਾਈਨਲ ਡੇ ਜਦੋਂ ਕੰਪਲੀਟ ਕਰਕੇ ਨਿਕਲੇ ਤਾਂ ਸਾਨੂੰ ਲੱਗਦਾ ਸੀ ਕਿ ਅਸੀਂ ਫੋਰੈਸਟ ਕ੍ਰੀਏਟ ਕਰ ਸਕਦੇ ਹਾਂ। ਤੇ ਉਸ ਤੋਂ ਬਾਅਦ ਸਟੈਪ ਬਾਏ ਸਟੈਪ ਜਦੋਂ ਸਾਡੇ ਐਗਜ਼ਾਮ ਕੰਪਲੀਟ, ਪਹਿਲਾਂ ਅਸੀਂ ਇੱਕ ਜੰਗਲ ਆਪ ਲਾਇਆ ਸਾਰੇ ਸਟੂਡੈਂਟਸ ਮਿਲ ਕੇ ਜਦੋਂ ਅਸੀਂ ਟ੍ਰੇਨਿੰਗ ਪੂਰੀ ਕਰਕੇ ਗਏ। ਤੇ ਉਸ ਤੋਂ ਬਾਅਦ ਜਦੋਂ ਅਸੀਂ ਜੰਗਲ ਕੰਪਲੀਟ ਕੀਤਾ ਤਾਂ ਪਵਨੀਤ ਵੀਰ ਨੇ ਸਾਨੂੰ ਜੰਗਲ ਦਿੱਤਾ, ਮੈਨੂੰ ਤੇ ਕੁਲਬੀਰ ਨੂੰ ਮੀਮਸੇ ਵਾਲਾ। ਉਹ ਕੰਪਲੀਟ ਕਰਨ ਤੋਂ ਬਾਅਦ ਉਹਨਾਂ ਸਾਨੂੰ ਵਧੀਆ ਸ਼ਾਇਦ ਕੰਮ ਵਧੀਆ ਲੱਗਿਆ ਜਾਂ ਸਾਨੂੰ ਵੀ ਵਧੀਆ ਲੱਗਦਾ ਸੀ ਕੰਮ ਕਰਨਾ, ਤਾਂ ਅਸੀਂ ਅੱਗੇ ਅੱਗੇ ਕੰਪਲੀਟ ਕਰਦੇ ਗਏ ਤੇ ਹੁਣ ਤੱਕ 20 ਜੰਗਲ ਕੰਪਲੀਟ ਕਰ ਚੁੱਕੇ ਹਾਂ। ਨਹੀਂ ਤੇ ਮੈਨੂੰ ਬੜਾ ਵਧੀਆ ਲੱਗ ਰਿਹਾ ਕਿ ਜਿਹੜੀ ਕਮਿਊਨਿਟੀ ਨਵੀਂ ਮਿਲੀ ਮੈਨੂੰ, ਬੂਟੇ ਗਾਉਣ ਵਾਲੇ, ਬੂਟਿਆਂ ਦੇ ਸਰਵੇਸ ਕਰਨ ਵਾਲੇ ਜਾਂ ਇੱਦਾਂ ਦੀ ਹੋਰ ਵੀ ਰਿਸਰਚ ਵਰਕ ਕਰਨ ਵਾਲੇ, ਉਹਨਾਂ ਨਾਲ ਰਹਿਣਾ, ਉਹਨਾਂ ਨਾਲ ਘੁੰਮਣਾ, ਉਹਨਾਂ ਨੂੰ ਸੁਣਨਾ ਬੜਾ ਵਧੀਆ ਲੱਗ ਰਿਹਾ। ਤੇ ਮਤਲਬ ਮਜ਼ਾ ਆਇਆ ਜਦੋਂ ਅਸੀਂ ਜੋਧਪੁਰ ਗਏ। ਜੋਧਪੁਰ ਜਾ ਕੇ ਉਹ ਸਾਰਾ ਮਾਹੌਲ ਦੇਖਿਆ, ਇੱਕ ਸਸਟੇਨੇਬਲ ਲਿਵਿੰਗ ਕਿੱਦਾਂ ਦੀ ਹੁੰਦੀ ਹੈ ਉਹ ਦੇਖਿਆ। ਤੇ ਹੋਰ ਅੱਗੇ ਕਿ ਜਿਵੇਂ ਜਿਵੇਂ ਇਹਨੂੰ ਸਟੱਡੀ ਕਰਦੇ ਗਏ, ਦੇਖਦੇ ਗਏ, ਵਿਚਰਦੇ ਗਏ, ਹੋਰ ਬੜਾ ਕੁਝ ਪੋਸੀਬਿਲਿਟੀ ਨਜ਼ਰ ਆਈ ਕਿ ਹੋ ਸਕਦਾ ਹੈ, ਪੋਸੀਬਲ ਹੈਗਾ। ਤਾਂ ਬੜਾ ਨਵਾਂ ਜਿਹਾ ਐਕਸਪੀਰੀਅੰਸ ਸੀ, ਬੜਾ ਵਧੀਆ ਲੱਗਿਆ। ਥੈਂਕ ਯੂ। ਲਾ ਚੁੱਕਾ।
ਇਸ ਤੋਂ ਇਲਾਵਾ 3 ਫੋਰੈਸਟ ਸਰਵੇਜ਼ ਕਰ ਲਏ ਤੇ ਹੋਰ ਵੀ ਮੇਰਾ ਮਨ ਹੈਗਾ ਕਿ ਫੋਰੈਸਟ ਸਰਵੇਜ਼ ਕੀਤੀਆਂ ਜਾ ਸਕਦੀਆਂ, ਉਹਦੇ ਵੱਲ ਜ਼ਿਆਦਾ ਇੰਟਰਸਟ ਹੈ ਮੇਰਾ। ਜਿਹੜੇ ਸਾਡੇ ਫੋਰੈਸਟ ਸਰਵੇਅਰ ਨੇ, ਜਿਹੜੇ ਇਹ ਫੋਰੈਸਟ ਦੇ ਪਾਰਟਨਰ ਨੇ ਸੋਮਿਲ ਜੀ, ਉਹਨਾਂ ਦੇ ਨਾਲ ਵੀ ਮੈਨੂੰ ਤੇ ਗੁਰਪ੍ਰੀਤ ਨੂੰ ਰਹਿਣ ਦਾ ਮੌਕਾ ਮਿਲਿਆ। 2 ਦਿਨ ਅਸੀਂ ਫੋਰੈਸਟ ਸਰਵੇ ਕੀਤੀਆਂ ਤੇ ਓਵਰ ਦਾ ਟਾਈਮ 1 ਦਿਨ ਬਾਅਦ ਹੀ ਦੇਖਿਆ ਕਿ ਗੁਰਪ੍ਰੀਤ ਦੀ ਪਛਾਣ ਜਿਹੜੀ ਬੂਟਿਆਂ ਨਾਲ ਇਮੀਡੀਏਟਲੀ ਹੋਣ ਲੱਗ ਗਈ। ਤੇ ਮੈਂ घर आके ਇਹਨੂੰ ਜਿਹੜੀ ट्रीज ऑफ इंडिया प्रदीप जी की इसको गिफ्ट कर दी और 1-2 हफ्ते के बाद इसने समाचार दिया कि ਇਹਦੇ ਦੋਸਤ ਇਹਨੂੰ ਪਾਗਲ ਕਹਿਣ ਲੱਗੇ, ਯਾਰ ਤੇਰਾ ਹਰ ਟਾਈਮ ਬੂਟੇ ਦੇਖਦਾ ਰਹਿਣਾ, ਇਹ ਕਿਹੜਾ ਬੂਟਾ ਦੂਜੇ ਸਾਡੇ ਨਾਲ ਗੱਲ ਹੀ ਨਹੀਂ ਕਰਦਾ। ਸੋ ਦੈਟਸ ਵੈਰੀ ਰਿਵਾਰਡਿੰਗ one thing। ਐਂਡ ਸੈਕੰਡ ਗ੍ਰੇਟ ਥਿੰਗ ਕਿ ਹਾਂ ਜਿੰਨੀਆਂ ਵੀ ਰਿਕਾਰਡ ਬ੍ਰੇਕਿੰਗ ਜਿਹੜੀਆਂ ਹੋਈਆਂ ਫੋਰੈਸਟ, ਮਤਲਬ ਮੰਨ ਲਓ ਅਸੀਂ 6 ਵਜੇ ਟਾਈਮ ਰੱਖਿਆ ਵੀ ਅੱਜ ਫੋਰੈਸਟ ਮੁਕਾਣੀ ਹੈ ਤੇ ਹਮੇਸ਼ਾ 7 ਵਜ ਗਏ 8 ਵਜ ਗਏ ਜਾਂ ਰਾਤ ਦੇ 9 ਵੀ ਵੱਜਦੇ ਰਹੇ ਨੇ। ਜੇ ਰਿਕਾਰਡ ਕਿਸੇ ਨੇ ਬ੍ਰੇਕ ਕੀਤੇ ਨੇ ਤੇ ਗੁਰਪ੍ਰੀਤ ਸਿੰਘ ਨੇ ਕੀਤੇ ਆ। ਪਹਿਲੇ ਹੁਣ ਤਾਂ ਬਾਕੀ ਕਹਿੰਦਾ ਭਾਜੀ ਮੈਨੂੰ ਨਾ ਲੱਗਦਾ ਮੈਂ ਅੱਜ ਲਵਾ ਹੀ ਆਵਾਂ, ਤੋ ਲਗਵਾ ਕੇ 6 ਵਜੇ ਨੂੰ 5 ਮਿੰਟ ਤੇ ਕਾਲ ਆਈ, ਵੀਰੇ ਫਿਨਿਸ਼ਡ, ਜੌਬ ਡਨ। ਡਿਪਾਰਟਮੈਂਟ ਦੇ ਨਾਲ 6 ਵਜੇ ਫਿਨਿਸ਼ ਕਰ ਲਿਆ ਕੰਮ। ਦੈਟਸ ਵਾਟ ਲਾਈਕ ਉਸ ਲਾਈਕ ਤੇ ਹੁਣ ਵੀ ਆ ਜਿਹੜਾ ਲਾਸਟ ਵੀਕ ਲੰਘਿਆ ਮੁੱਲਾਂਪੁਰ ਦੇ ਵਿੱਚ 2 ਫੋਰੈਸਟ ਲੱਗਣੀਆਂ ਸੀ ਬਿਲਕੁਲ ਇੱਕ ਹੀ ਖੇਤ ਦੇ ਵਿੱਚ ਆਮੋ ਸਾਹਮਣੇ। ਉਹ ਇੱਕ ਦਿਨ ਦੇ ਵਿੱਚ 1100 ਬੂਟਿਆਂ ਦੀ ਫੋਰੈਸਟ ਵੀ ਮੇਰੇ ਸਾਹਮਣੇ ਰਿਕਾਰਡ ਸੀ। ਗੁਰਪ੍ਰੀਤ ਸਿੰਘ ਤੇ ਗੁਰਕਮਲ ਸਿੰਘ ਨੇ ਕੰਮ ਕਰ ਦਿਖਾਇਆ। ਤੇ ਸਾਡੇ ਟੈਲੀਫੋਨਸ ਦੇ ਵਿੱਚ ਇਹਦਾ ਨਾਮ ਗੁਰਪ੍ਰੀਤ ਸਿੰਘ ਨਹੀਂ ਹੈ, ਗੁਰਪ੍ਰੀਤ ਸਿੰਘ ਮੀਆਂ ਵਾਕੀ ਲਿਖਿਆ ਹੋਇਆ ਹੈ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਕੁਲਵੀਰ ਸਿੰਘ ਹੈ ਜੀ। ਮੈਂ ਮੀਆਂ ਵਾਕੀ ਦੀ ਟੈਕਨੀਕ ਦੀ ਟ੍ਰੇਨਿੰਗ ਬਠਿੰਡੇ ਤੋਂ ਲਈ ਤੇ ਉਸ ਤੋਂ ਬਾਅਦ ਮੈਂ 17 ਜੰਗਲ ਲਗਾ ਚੁੱਕਾ ਤੇ 18ਵਾਂ ਕੱਲ ਕੰਪਲੀਟ ਕੀਤਾ ਪਟਿਆਲਾ ਵੇਰਕਾ ਦੇ ਵਿੱਚ। ਮੇਰਾ ਐਕਸਪੀਰੀਅੰਸ ਬਹੁਤ ਜ਼ਿਆਦਾ ਰਿਹਾ, ਸਿੱਖਣ ਨੂੰ ਬਹੁਤ ਕੁਝ ਮਿਲਿਆ। ਇੱਕ ਮੇਰੀ ਲਾਈਨ ਐਗਰੀਕਲਚਰ ਸੀ ਤੇ ਦੂਜਾ ਮੈਨੇ ਇਹ ਚੀਜ਼ ਮੈਂ ਐਗਰੀਕਲਚਰ ਦੇ ਨਾਤੇ ਹੋਣ ਦੇ ਨਾਤੇ ਮੈਂ ਸੋਚ ਵੀ ਨਹੀਂ ਸਕਦਾ ਸੀ ਵੀ ਮੀਆਂ ਵਾਕੀ ਦੇ ਅਕੋਰਡਿੰਗ ਲਗਾਏ ਹੋਏ ਇਨਵੈਸਟ ਇਸ ਪ੍ਰਕਾਰ ਗਰੋ ਕਰ ਜਾਣਗੇ। ਪਰ ਮੈਨੂੰ ਇਸ ਟੈਕਨੀਕ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਤੇ ਇੱਕ ਮੈਂ ਐਗਰੀਕਲਚਰ ਦੇ ਹੋਣ ਦੇ ਲਾਈਨ ਦੇ ਨਾਲ ਹੋਣ ਦੇ ਨਾਤੇ ਮੈਂ ਇਹ ਚੀਜ਼ ਦੇ ਵਿੱਚ ਇੰਟਰਸਟ ਨਹੀਂ ਰੱਖਦਾ ਸੀਗਾ। ਮੈਂ ਉੱਥੇ ਬਹੁਤ ਕ੍ਰੋਸ ਕੁਐਸਚਨਿੰਗ ਕੀਤੀ ਵੀ ਮੈਂ ਇਹ ਕਹਿ ਹੋ ਸਕਦਾ, ਪੋਸੀਬਲ ਹੋ ਸਕਦਾ, ਪਰ ਵਾਕਈ ਇਹ ਹੋ ਸਕਦਾ। ਮੈਂ ਇਹ ਕਹਿਣ ਲੱਗਾ ਵੀ ਮੀਆਂ ਵਾਕੀ ਟੈਕਨੀਕ ਨੂੰ ਸਿੱਖੋ ਤੇ ਅੱਗੇ ਆਪਣੇ ਪੰਜਾਬ ਨੂੰ ਹਰਾ ਭਰਾ ਰੱਖੋ। ਮੈਂ 18 ਫੋਰੈਸਟ ਕੰਪਲੀਟ ਕਰ ਲਿਆ, ਪਰ ਮੈਂ ਰਵਿੰਦਰ ਨਾਲ ਕੁਝ ਇਕੱਠੀਆਂ ਕੀਤੀਆਂ ਸੀ, ਉਹ ਮੇਰੇ 18 ਫੋਰੈਸਟ ਹੋ ਗਈ। ਤੇ ਮੈਂ ਜੀ ਆਇਆਂ ਨੂੰ ਕਰਦਾ ਸਾਡੇ ਬੋਰਡ ਮੈਂਬਰ ਹਰਪ੍ਰੀਤ ਕੌਰ ਜੀ, ਸਾਡੇ ਤੇ ਨਾਲ ਇਹਨਾਂ ਦਾ ਬੇਟਾ ਵੀ ਆਇਆ, ਇਹਨਾਂ ਦੇ ਵੀ ਨਾਲੇ ਹੁਣੇ ਕਰਦੇ ਇੰਟਰੋਡਕਸ਼ਨ। ਇੱਧਰ ਕਿਹਦੀ ਰਹਿੰਦੀ ਜੀ? ਜਸਕਰਨ ਤੁਹਾਡਾ ਹੋਇਆ? ਕਰੋ ਪਹਿਲਾਂ ਤਾਂ ਕੰਪਲੀਟ ਕਰ ਲਓ ਇੱਕ ਵਾਰ। ਤੁਸੀਂ ਇਹ ਪਾਸ ਕਰਦਾ ਹੋਰ ਕਿਹਦਾ ਕਿਹਦਾ ਰਹਿੰਦਾ? ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਸਰਪ੍ਰੀਤ ਕੌਰ। हेलो 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 फिर कुछ है जी? सो मैम इतनी लोड़ नहीं, पेंडिंग बंद हो जाए ਤੁਸੀਂ ਆਪਣੀ ਆਵਾਜ਼ ਬੁਲੰਦ ਰੱਖੋ। ਸਿਏਟਲ ਤੋਂ ਆਏ ਰਹੇ थे ਸਪੈਸ਼ਲੀ ਤੁਹਾਨੂੰ ਮਿਲਣ ਵਾਸਤੇ। ਮੈਂ ਨਾਲ ਇਹ ਦੱਸਦਾ ਇਕੋਸਿਕ ਬਾਰੇ ਤੇ ਹੁਣ ਮੈਂ ਦੱਸਦਾ ਹੀ ਇਜ਼ ਇਨ ਫੁੱਲ ਸਪੋਰਟ। ਮਤਲਬ ਮੈਨੂੰ ਇਹਨਾਂ ਦੇ ਵਿੱਚ ਇੰਨਾ ਉਤਸ਼ਾਹ ਨਜ਼ਰ ਆਉਂਦਾ ਜਦੋਂ ਡਾਕਟਰ ਸਾਹਿਬ ਦੇ ਵਿੱਚ ਉਹਨਾਂ ਨਜ਼ਰ ਆਉਂਦਾ ਨਾ ਜੀ, ਡਾਕਟਰ ਰਾਜਵੰਤ ਜਿੰਨਾ ਇਹਨਾਂ ਦੇ ਅੰਦਰ ਉਤਸ਼ਾਹ ਨਜ਼ਰ ਆਉਂਦਾ। ਜਿਸ ਹਿਸਾਬ ਨਾਲ ਅੱਜ ਇਹਨਾਂ ਨੂੰ ਮੇਰੇ ਖਿਆਲ 2-3 ਦਿਨ ਪਹਿਲਾਂ ਇਨਵਾਈਟ ਕੀਤਾ ਸੀ ਤੇ ਭੁੱਲ ਗਏ ਸੀ, ਮੀਟਿੰਗ ਕਿਤੇ ਹੋਰ ਸੀ, ਮੈਂ ਕਾਲ ਕਰਕੇ ਰਿਮਾਈਂਡ ਕਰਾਇਆ, ਕਹਿੰਦੇ ਮੈਂ ਹੁਣੇ ਆ ਗਿਆ। ਸੋ ਦੈਟ ਇਜ਼ ਅ ਕਾਈਂਡ ਆਫ ਸਪਿਰਿਟ ਜੇ ਦੇਖਦੇ ਨੇ ਇਸ ਕੰਮ ਦੇ ਵਿੱਚ ਪ੍ਰੋਗਰੈਸ ਕਿੰਨੀ ਹੈ ਅੱਗੇ ਤੇ ਪੰਜਾਬ ਨੂੰ ਵਾਪਸ ਜਿਹੜਾ ਸੁਰਜੀਤ ਕਰਨ ਵਾਸਤੇ ਤੁਸੀਂ ਸਾਰਿਆਂ ਨੇ ਜੋ ਮਿਹਨਤ ਕੀਤੀ ਤੁਹਾਡੇ ਮਿਲਣ ਕਰਕੇ ਇੱਥੇ ਕਿ ਅਸੀਂ ਸਾਰੇ ਇੱਥੇ ਇਕੱਠੇ ਹੋਏ ਹਾਂ, ਫੋਰੈਸਟ ਮੇਕਰ ਤੇ ਵਲੰਟੀਅਰਸ ਇਕੋਸਿਕ ਦੀ ਟੀਮ ਦੇ ਕਰਕੇ ਆਏ ਨੇ, ਮੇਰੇ ਕਰਕੇ ਨਹੀਂ ਆਏ, ਨਾ ਰਾਜਵੰਤ ਵੀਰ ਜੀ ਕਰਕੇ ਆਏ ਨੇ। ਸੋ ਧੰਨਵਾਦ ਜੀ। ਮੈਂ ਜਸਲੀਨ ਕੌਰ ਡੰਗ ਇਕੋਸਿਕ ਦੀ ਐਡਮਿਨਿਸਟ੍ਰੇਸ਼ਨ ਆਫਿਸਰ ਆ। ਜੋ ਵੀ ਸਾਰਾ ਕੈਸ਼ ਹੈਂਡਲਿੰਗ, ਫਾਈਨੈਂਸਿਸ, ਬੈਂਕ ਰਿਲੇਟਡ ਵਰਕ, ATG ਦਾ ਵਰਕ ਸਾਰਾ ਮੇਰੇ ਥਰੂ ਨਿਕਲਦਾ ਹੈ। ਇੱਕ ਛੋਟੀ ਜਿਹੀ ਸਟੋਰੀ ਗੱਲ ਕਰਾਂਗੀ ਤੁਹਾਨੂੰ ਮੈਂ।
ਕੁਝ ਵੀ ਕਰੋ ਹਮੇਸ਼ਾ ਵਾਹਿਗੁਰੂ ਜੀ ਤੇ ਭਰੋਸਾ ਜ਼ਰੂਰ ਰੱਖੋ। ਮੈਂ ਜਦੋਂ ਇੱਥੋਂ ਮੈਨੂੰ ਜੌਬ ਆਫਰ ਆਈ, ਮੈਂ ਆਪਣੇ ਹਸਬੈਂਡ ਨੂੰ ਕਿਹਾ, ਮੈਂ ਕਿਹਾ ਪਤਾ ਨਹੀਂ ਮੈਨੂੰ ਐਦਾਂ ਲੱਗ ਰਿਹਾ ਕਿ ਲਾਈਕ ਬਹੁਤ ਅੱਛੀ ਜਗ੍ਹਾ ਮੈਂ ਜੁਆਇਨ ਕਰੀ, ਮੈਨੂੰ ਕੁਝ ਨਹੀਂ ਪਤਾ ਸੀ ਇੱਦਾਂ, ਪਰ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਮੇਰੇ ਅੰਦਰੋਂ ਮੈਨੂੰ ਲੱਗ ਰਿਹਾ ਕਿ ਬਹੁਤ ਅੱਛਾ, ਔਰ ਅੱਜ ਮੈਂ ਇੰਨੀ ਖੁਸ਼ ਹਾਂ ਇੱਥੇ ਆ ਕੇ ਕਿ ਤੁਸੀਂ ਆਪ ਹੀ ਦੇਖ ਲਓ ਕਿੰਨਾ ਸਾਰਾ ਇੱਕੋ ਕਿੰਨਾ ਹੋ ਗਿਆ ਫੇਮਸ। ਮੈਂ ਬਸ ਇੱਕੋ ਸਿੱਖ ਨਾਲ ਕੰਮ ਕਰਦੇ ਮੈਨੂੰ ਕਾਫੀ ਟਾਈਮ ਹੋ ਗਿਆ, ਤੇ ਜਿੱਥੇ ਕਹਿੰਦੇ ਆ ਕੰਮ ਹੀ ਕਰਨਾ ਤੇ ਕੰਮ ਆਪਾਂ ਕਰੀ ਜਾਂਦੇ ਬਸ, ਬਾਕੀ ਸਾਰਾ ਕੁਝ ਪਤਾ ਹੀ ਹੈ ਜੀ। ਨਹੀਂ ਕਿਸੇ ਨੂੰ ਨਹੀਂ ਪਤਾ, ਤੁਸੀਂ ਸੌਦ ਸਾਹਿਬ ਨੂੰ ਦੱਸੋ ਵੀ ਤੁਸੀਂ ਕੌਣ ਹੋ, ਇਦਾਂ ਨਹੀਂ ਚੱਲਣਾ। ਸਰ ਜੀ ਮੈਂ ਐਕਸਪਰਟਿਜ਼ ਕੀ ਹੈ? ਇਹ ਬੜੇ ਅੱਛੇ ਬੁਲਾਰੇ ਨੇ ਜੀ ਪਵਨੀਤ ਸਿੰਘ, ਆਪਣੇ ਬਾਰੇ ਬੜਾ ਵਧੀਆ ਦੱਸਣਗੇ ਜੀ। ਸਭ ਤੋਂ ਔਖਾ ਕੰਮ ਇਹੀ ਹੁੰਦਾ ਜੀ ਆਪਣੇ ਬਾਰੇ ਬੋਲਣਾ, ਤੇ ਚੰਗਾ ਨਹੀਂ ਲੱਗ ਰਿਹਾ ਵੈਸੇ ਆਪਣੀ ਤਾਰੀਫ, ਹੁਣ ਮੈਂ ਕੀ ਕਰਾਂ, ਫਿਰ ਨਹੀਂ ਕਰਦਾ। ਤੇ ਮੈਂ ਆਪਣੀ ਥੋੜੀ ਜਰਨੀ ਬਾਰੇ ਦੱਸ ਦਿੰਦਾ। ਅਸਲ 'ਚ 3.5 ਸਾਲ ਪਹਿਲਾਂ ਰਵਨੀਤ ਵੀਰ ਜੀ ਮੇਰੇ ਆਫਿਸ 'ਚ ਆਏ ਸੀਗੇ ਜੀ। ਮੈਂ ਕੰਪਿਊਟਰ ਡਿਵੈਲਪਮੈਂਟ ਦਾ, ਵੈਬ ਡਿਵੈਲਪਮੈਂਟ ਦਾ, ਵੈਬ ਡਿਜ਼ਾਈਨਿੰਗ ਦਾ ਕੰਮ ਕਰਦਾ ਸੀ, ਤੇ ਇਕੋਸਿਕ ਦੀ ਵੈਬਸਾਈਟ ਦਾ ਕੰਮ ਸੀਗਾ, ਉਸ ਲਈ ਮੇਰੇ ਕੋਲ ਇੱਕ ਆਫਿਸ ਵਿੱਚ ਆਏ ਸੀਗੇ। ਤੇ ਉਦੋਂ ਮੈਨੂੰ ਪਤਾ ਚੱਲਿਆ ਵੀ ਸਿੱਖ এনवायरमेंट ਡੇ ਕੀ ਹੁੰਦਾ, ਤੇ ਉਦੋਂ ਨਵਾਂ ਕੈਂਪੇਨ ਸੀਗਾ ਜੀ ਆਪਣਾ ਗੁਰੂ ਹਰ ਰਾਏ ਬੂਟਾ ਲਹਿਰ, ਤੇ ਉਹ ਗੁਰੂ ਹਰ ਰਾਏ ਬੂਟਾ ਲਹਿਰ ਦੇ ਵਿੱਚ ਪਹਿਲੀ ਵਾਰੀ ਮੈਂ ਜ਼ਿੰਦਗੀ 'ਚ ਕਈ ਚੱਕ ਕੇ ਪੌਦਿਆਂ ਦੇ ਬੂਟਾ ਲਗਾਇਆ। ਉਦੋਂ ਮੈਨੂੰ ਫੀਲਿੰਗ ਆਈ ਵੀ ਮੈਂ ਬੈਚਲਰਸ ਕੀਤੀ ਹੈ ਕੰਪਿਊਟਰ ਸਾਇੰਸ ਦੇ ਵਿੱਚ, ਤੇ ਅਸਲੀ ਸੈਟੀਸਫੈਕਸ਼ਨ ਉਹ ਬਟਨ ਦੱਬਣ 'ਚ ਨਹੀਂ, ਉਹਦੇ 'ਚ 5 ਬੂਟੇ ਲਗਾਏ ਸੀਗੇ ਜੀ ਇੱਕ ਦਿਨ ਵਿੱਚ, ਬਹੁਤ ਚੰਗਾ ਲੱਗਾ। ਫਿਰ ਅਗਲਾ ਜਦੋਂ ਕਾਲ ਆਇਆ ਗੁਰੂ ਹਰ ਰਾਏ ਬੂਟਾ ਲਹਿਰ ਬਾਰੇ, ਕਿਉਂਕਿ ਆਪਣੇ ਬੰਦੇ ਸਾਰੇ ਕਾਫੀ ਨਵੇਂ ਨੇ, ਮੈਂ ਸ਼ੁਰੂ ਤੋਂ ਦੱਸਦਾ ਵੀ ਕਦੋਂ ਦਾ ਆਪਣਾ ਪਲਾਂਟੇਸ਼ਨ ਦਾ ਕੰਮ ਚੱਲਦਾ ਪਿਆ। ਅਗਲੀ ਜਦੋਂ ਕਾਲ ਆਈ ਤੇ ਉਦੋਂ ਅਸੀਂ ਲਗਭਗ 20 ਜਣੇ ਸੀਗੇ, ਅਸੀਂ ਫੋਰੈਸਟ ਡਿਪਾਰਟਮੈਂਟ ਦੀ ਨਰਸਰੀ ਤੋਂ ਬੂਟੇ ਇਕੱਠੇ ਕਰਦੇ ਸੀ। ਉਦੋਂ ਕੁਝ ਨਹੀਂ ਸੀ ਪਤਾ ਹੁੰਦਾ ਵੀ ਰੋਜ਼ ਲਗਾਉਣਾ ਹੈ ਕਿ ਕਿਹੜਾ ਲਗਾਉਣਾ ਹੈ, ਕਿ ਗੁਲਮੋਹਰ ਲਗਾਉਣਾ ਹੈ ਕਿ ਨਹੀਂ ਲਗਾਉਣਾ। ਜੋ ਵੀ ਸਾਨੂੰ ਹਰਾ ਜਿਹਾ ਦਿਖਦਾ ਸੀ ਨਾ, ਜਿਹਦੇ ਪੱਤੇ ਵੱਧ ਨੇ, ਸੋਹਣਾ ਲੱਗਦਾ ਸੀ, ਉਹ ਚੱਕ ਲਿਆਉਂਦੇ ਸੀਗੇ। ਸਜਾਣਾ ਗਲੀਆਂ 'ਚ ਲੋਕਾਂ ਨਾਲ ਮਿੰਨਤਾਂ ਕਰਨੀਆਂ। ਸੋ 3 ਸਾਲ ਪਹਿਲਾਂ ਇਦਾਂ ਹੁੰਦਾ ਸੀਗਾ ਵੀ ਲੋਕਾਂ ਨੂੰ ਮਿੰਨਤਾਂ ਕਰਨੀਆਂ ਪੈਂਦੀਆਂ ਸੀ ਹੱਥ ਜੋੜ ਕੇ ਵੀ ਇੱਥੇ ਅਸੀਂ ਬੂਟਾ ਲਗਾ ਰਹੇ ਹਾਂ, ਪਹਿਲਾਂ ਤਾਂ ਲਗਾ ਲਈਏ। ਉਹ ਨਹੀਂ ਯਾਰ ਪਾਸੇ ਕਰ, ਸਾਡੇ ਘਰ ਅੱਗੇ ਗੰਦ ਪਾਏਗਾ। ਚਲੋ ਪਰਮਿਸ਼ਨ ਲੈ ਕੇ ਸਾਈਡ ਤੇ ਲਗਾਇਆ ਵੀ ਤੁਸੀਂ ਪਾਣੀ ਪਾ ਦਿਓਗੇ, ਤੁਸੀਂ ਲਾਇਆ ਆਪੇ ਪਾ ਦਿਓ। ਕੁਝ ਕਹਿੰਦੇ ਸੀਗੇ ਪਾ ਦਿੰਦੇ ਸੀ, ਕੁਝ ਮਤਲਬ ਇਦਾਂ ਦਾ ਕੋਈ ਬਹੁਤਾ ਵੈਲਕਮਿੰਗ ਨਹੀਂ ਸੀਗੀ। ਅਗਲੇ ਸਾਲ ਗੁਰੂ ਹਰ ਰਾਏ ਬੂਟਾ ਲਹਿਰ ਦੁਬਾਰਾ ਅਸੀਂ ਸ਼ੁਰੂ ਕੀਤੀ ਜੀ। ਉਦੋਂ ਕੀ ਸੀਗੇ, ਸਾਡੇ ਨਾਲ ਕਾਫੀ ਮੈਂਬਰ ਹੋਰ ਜੁੜੇ। ਅਸੀਂ ਹਰ ਸੰਡੇ ਹਰ ਸੈਟਰਡੇ ਅਸੀਂ ਪਲਾਂਟੇਸ਼ਨ ਕਰਨ ਜਾਂਦੇ ਸੀ, ਕਿਸੇ ਸਕੂਲ ਵਿੱਚ, ਕਿਸੇ ਵੀ ਲੋਕੈਲਿਟੀ ਵਿੱਚ, ਪਾਰਕਸ ਦੇ ਵਿੱਚ, ਤੇ ਹਰ ਸੈਟਰਡੇ ਅਸੀਂ ਜਾਣਾ, 20-25 ਬੂਟੇ ਜਾਣੇ ਲਗਾ ਕੇ ਉੱਥੇ ਵਾਪਸ ਆਣਾ। ਸੋ ਇਦਾਂ ਫਿਰ 550 ਗੁਰੂ ਦੇ ਨਾਮ ਕੈਂਪੇਨ ਸ਼ੁਰੂ ਹੋਇਆ। ਉਦੋਂ ਮੈਂ ਐਜ਼ ਅ ਸਟਾਫ ਜੁਆਇਨ ਕਰ ਲਿਆ, ਤੇ ਕੰਪਿਊਟਰ ਆਉਂਦਾ ਹੋਣ ਕਰਕੇ ਜਿੰਨੀ ਡਾਕੂਮੈਂਟੇਸ਼ਨ ਬਣਾਉਣੀ ਆ, ਬਾਕੀ ਸਾਰਾ ਕੰਪਿਊਟਰ ਦਾ ਕੰਮ ਨੂੰ ਡਾਕੂਮੈਂਟ ਕਰਨਾ, ਫਾਰਮੈਟਸ ਬਣਾਉਣਾ, ਜਿਹੜੇ ਅਸੀਂ ਸਾਰੀਆਂ ਫਾਰਮੈਟਸ ਬਣਾਉਣ ਵੇਲੇ ਸ਼ੀਟਸ ਯੂਜ਼ ਕਰਦੇ ਆ, ਤੇ ਬਾਕੀ ਸਾਰਾ ਕੁਝ ਇਹ ਕੁਝ ਮੇਰੇ ਜਿੰਮੇ ਹੁੰਦਾ ਸੀ। ਪ੍ਰੈਜੈਂਟੇਸ਼ਨਸ ਬਣਾਉਣੀਆਂ, ਕੁਝ ਵੀ ਆ, ਜੋ ਵੀ ਆ ਉਹ ਜਿਹਾ ਕੰਮ ਸੀਗਾ। ਤੇ ਉਹਦੇ ਵਿੱਚ ਫਿਰ ਇੱਕ ਅਸੀਂ ਐਪ ਡਿਵੈਲਪ ਕੀਤੀ, ਗੁਰੂ ਨਾਨਕ 550। 4-5 ਮਹੀਨੇ ਲਗਾ ਕੇ ਦਿਨ ਰਾਤ ਜਾ ਕੇ ਰਾਤੀ 1-2 ਵਜੇ ਤੱਕ ਮੈਂ ਕੋਡਿੰਗ ਕਰਦਾ ਰਿਹਾ। ਉਹ ਐਪ ਅੱਜ ਚੱਲਦੀ ਪਈ ਹੈ, ਤੇ ਜਿੱਥੇ ਵੀ ਅਸੀਂ ਜਾਂਦੇ ਸੀ ਅਸੀਂ ਜੀਓ ਟੈਗ ਕਰਕੇ ਆਉਂਦੇ ਸੀ, ਕਿਉਂਕਿ ਡਾਕਟਰ ਰਾਜਵੰਤ ਨੇ ਕਿਹਾ ਸੀਗਾ, ਰਵਨੀਤ ਵੀਰ ਜੀ ਦਾ ਵੀ ਵਿਜ਼ਨ ਸੀਗਾ ਵੀ ਅਸੀਂ 10 ਲੱਖ ਬੂਟੇ ਲਗਾਉਣੇ ਨਹੀਂ ਹੈ, ਅਸੀਂ ਲਗਾ ਕੇ ਬਚਾਉਣੇ ਆ। ਕਿ ਬੂਟੇ ਲਗਾਉਣਾ ਬਹੁਤ ਬੰਦੇ ਲਗਾਈ ਜਾਂਦੇ ਨੇ, ਲੱਖਾਂ ਹਜ਼ਾਰਾਂ ਹਿਸਾਬ ਨਾਲ ਲਗਾਉਂਦੇ ਨੇ। ਟੇਕ ਕੇਅਰ ਨਾਲ ਕੋਈ ਵੀ ਪ੍ਰੋਜੈਕਟ ਸਕਸੈਸਫੁਲ ਤਾਂ ਹੀ ਹੁੰਦਾ ਜੇ ਉਹਦੀ ਅਸੀਂ ਮੋਨੀਟਰਿੰਗ ਕਰੀਏ, ਮੇਨਟੇਨੈਂਸ ਕਰੀਏ। ਸੋ ਇਦਾਂ ਸਟਾਰਟਿੰਗ ਵਿੱਚ ਹੀ ਇਹ ਅਸੀਂ ਆਈਡੀਆ ਲੈ ਕੇ ਚੱਲੇ ਵੀ ਜੇ ਅਸੀਂ ਮੇਨਟੇਨ ਕਰਾਂਗੇ ਤਾਂ ਹੀ ਅਸੀਂ ਪ੍ਰੋਜੈਕਟ ਨੂੰ ਸਫਲ ਕਰ ਪਾਵਾਂਗੇ। ਸੋ ਸਭ ਤੋਂ ਵਧੀਆ ਤਕਨੀਕ ਸਾਨੂੰ ਮੀਆਂਵਾਕੀ ਮਿਲੀ ਹੈ, ਜਿਹਦੇ ਵਿੱਚ ਮੇਨਟੇਨੈਂਸ ਲੋ ਮੇਨਟੇਨੈਂਸ ਹੁੰਦੀ ਹੈ। ਸੋ ਉਸ ਤੋਂ ਅੱਗੇ ਹੌਲੀ ਚੱਲਦੇ ਆ। ਇੱਕ ਈਮੇਲ ਆਈ ਸੀਗੀ ਜੀ ਸਾਡੇ info@ecosic.org ਜੀ ਤੋਂ, ਸਰਦਾਰ ਚਰਨ ਸਿੰਘ ਜੀ ਦੀ, ਜੂਨ ਜੁਲਾਈ ਦੇ ਵਿੱਚ ਆਈ ਹੋਏਗੀ, ਤੇ ਕਾਲ ਵੀ ਆਈ ਸੀ ਇਹਨਾਂ ਦੀ। ਤੇ ਕਹਿੰਦੇ ਵੀ ਇਦਾਂ ਸਾਡਾ ਇਦਾਂ ਫੋਰੈਸਟ ਹੈ, ਮੈਨੂੰ ਸ਼ਾਇਦ ਤੁਹਾਨੂੰ ਯਾਦ ਹੋਵੇ। ਤੇ ਮੈਂ ਸੁਣ ਲਈ ਸੀ ਸਾਰੀ ਗੱਲ, ਮੈਂ ਲਿਖ ਲਈ, ਜਿੱਦਾਂ ਬਾਕੀ ਕੁਐਰੀਜ਼ ਦੇ ਵਿੱਚ ਮੈਂ ਸਾਰਾ ਕੁਝ ਲਿਖ ਲੈਂਦਾ ਸੀਗਾ ਵੀ ਕਿੱਥੇ ਪਲਾਂਟੇਸ਼ਨ ਹੋਈ। ਲਿਖ ਲਈ, ਵੀਰ ਜੀ ਨੇ ਦੱਸਿਆ। ਇੱਕ ਤਾਂ ਸਾਡੇ ਤੇ ਇੰਨਾ ਵੱਡਾ ਬੋਝ ਸੀਗਾ ਵੀ ਅਸੀਂ ਹਰ ਹਫਤੇ 20-25 ਬੂਟੇ ਲਗਾਉਂਦੇ ਆ, ਤੇ 10 ਲੱਖ ਕਦੋਂ ਪੂਰੇ ਹੋਣਗੇ। ਤੇ ਫਿਰ ਹੌਲੀ ਜਿਵੇਂ ਇਹਨਾਂ ਨੂੰ ਦੱਸਿਆ ਵੀ ਆਹ ਪ੍ਰੋਜੈਕਟ ਹੈ, ਵੀਰ ਜੀ ਕਹਿੰਦੇ ਵੀ ਇਹ ਤਾਂ ਸਾਡੇ ਵੱਸੋਂ ਬਾਹਰ ਹੈ, ਸਾਨੂੰ ਤਾਂ ਹਰੇ ਬੂਟੇ ਲਾਣੇ ਆਏ ਆ, ਜੰਗਲ ਤਾਂ ਫਿਰ
ਵੀ ਹਲੇ ਇੱਕ ਥੋੜੀ ਦੇਰ ਰੁਕ ਜਾਈਏ ਤੇ ਫਿਰ ਰੁਕਤਾ। ਡਾਕਟਰ ਰਾਜਵੰਤ ਜੀ ਕਿਸੇ ਕਾਰਨ ਅਵਾਰਡ ਫੰਕਸ਼ਨ ਤੇ ਸ਼ਾਇਦ ਬੰਬੇ ਆਏ, ਸ੍ਰੀ ਸਰਦਾਰ ਚਰਨ ਸਿੰਘ ਜੀ ਉਹਨਾਂ ਨੂੰ ਲੈ ਗਏ ਤੇ ਡਾਕਟਰ ਰਾਜਵੰਤ ਜੀ ਨੇ ਉੱਥੇ ਫੋਰੈਸਟ ਦੇ ਵਿੱਚ ਵੀਡੀਓ ਭੇਜੀ। ਸਾਨੂੰ ਵਿਸ਼ਵਾਸ ਨਹੀਂ ਹੋਇਆ, ਬਿਲਕੁਲ ਵੀ ਰੱਤੀ ਭਰ ਵੀ ਨਹੀਂ ਹੋਇਆ ਵੀ ਇੰਨੀ ਨੇੜੇ ਬੂਟੇ ਲੱਗ ਸਕਦੇ ਨੇ। ਉਦੋਂ ਕੁਝ ਨਹੀਂ ਸੀ ਪਤਾ। ਮੀਆਂਵਾਕੀ ਬਾਰੇ ਮੈਂ ਕਾਫੀ ਪਹਿਲਾਂ ਇੱਕ ਵੀਡੀਓ ਤੁਹਾਡੀ ਸੁਣੀ ਸੀਗੀ ਜੀ ਟੈਡ ਟਾਕਸ ਤੇ ਉਦੋਂ ਅਸੀਂ ਸ਼ੇਅਰ ਵੀ ਕੀਤਾ ਸੀ ਵੀ ਕੁਝ ਹੋ ਸਕਦਾ ਇੱਦਾਂ। ਉਦੋਂ ਪੰਜਾਬ 'ਚ ਕੀ ਹੈ ਜੀ, ਸਭ ਤੋਂ ਜਿਹੜੀ ਜ਼ਮੀਨ ਹੈ ਸਭ ਤੋਂ ਵੱਡਾ ਤੇ ਮਹਿੰਗਾ ਰਿਸੋਰਸ ਹੈ, ਸ਼ਹਿਰਾਂ 'ਚ ਖਾਸ ਤੌਰ ਤੇ। ਥੋੜੇ ਨਿੱਕੇ ਪਲਾਟ ਵੀ ਲੱਖਾਂ ਰੁਪਏ ਦੇ ਨਹੀਂ, ਤਾਂ ਕੋਈ ਬੰਦਾ ਜ਼ਮੀਨ ਡੈਡੀਕੇਟ ਕਰਦੇ ਸਾਡੇ ਲਈ ਬੜੀ ਦੂਰ ਦੀ ਗੱਲ ਹੈ। ਤੇ ਅਸੀਂ 4 ਜਣੇ ਬੈਠੇ ਰਹੇ ਹਾਂ, ਉਦੋਂ ਇਹ ਸਾਰਾ ਸੋਚਿਆ ਬਣਾਇਆ, ਇੱਥੇ ਆ ਕੇ ਮੀਟਿੰਗਸ ਹੋਈਆਂ, ਇਹਨੂੰ ਆਪਾਂ ਮੈਚੋਰ ਕੀਤਾ ਤੇ ਬਠਿੰਡਾ ਵਾਲੀ ਗਿਲਪੱਤੀ ਦੀ ਵਰਕਸ਼ਾਪ ਪਲਾਨ ਹੋਈ। ਜਿਸ ਦਿਨ ਉੱਥੇ ਜਾਣਾ ਸੀ ਉਸ ਤੋਂ ਇੱਕ ਦਿਨ ਪਹਿਲਾਂ ਮੇਰਾ ਐਕਸੀਡੈਂਟ ਹੋ ਗਿਆ, ਮੇਰਾ ਗੋਡਾ ਟੁੱਟ ਗਿਆ ਸੀਗਾ। ਤੇ ਉਸ ਤੋਂ ਬਾਅਦ ਕੀ ਹੈ ਵੀ ਸਾਰਾ ਕੁਝ ਮੈਂ ਇੱਕ ਸਕਰੀਨ ਤੇ ਬਹਿ ਕੇ ਮੈਨੂੰ ਬਰਡਸ ਆਈ ਵਿਊ ਮਿਲਦਾ ਸੀਗਾ। ਬਾਕੀ ਜਿਵੇਂ ਇੱਕ ਬੰਦਾ ਜਿਸ ਜਗ੍ਹਾ ਤੇ ਜਿਹੜਾ ਕੰਮ ਕਰ ਰਿਹਾ ਉਹ ਹੀ ਦੇਖਦਾ ਪਿਆ ਨਾ, ਤੇ ਮੈਨੂੰ ਸਾਰਿਆਂ ਦਾ ਫੋਨ ਤੇ ਇੱਧਰੋਂ ਉੱਧਰੋਂ ਸਾਰਾ ਕੁਝ ਮੈਂ ਦੇਖਦਾ ਪਿਆ ਸੀ ਤੇ ਕਾਫੀ ਕੁਝ ਇਨਪੁਟਸ ਮਿਲੇ ਤੇ ਮੈਨੂੰ ਸਿੱਖਣ ਦਾ ਬਹੁਤ ਕੁਝ ਮੌਕਾ ਮਿਲਿਆ। ਤੇ ਬੈਠਾ ਸੀਗਾ ਬੈੱਡ ਤੇ, ਥਿਊਰੀ ਪੜ੍ਹ ਸਕਦਾ ਸੀ ਤੇ ਥਿਊਰੀ ਪੜ੍ਹੀ ਗਿਆ, ਜਿੰਨੀ ਪੜ੍ਹ ਸਕਦਾ ਸੀ ਮੈਂ ਪੜ੍ਹੀ। ਤੇ ਸਾਰਾ ਜਿਹੜਾ ਆਨਲਾਈਨ ਤੁਹਾਡਾ ਜਿਹੜਾ ਕੋਰਸ ਮਟੀਰੀਅਲ ਹੈ ਡੂ ਇਟ ਯੋਰਸੈਲਫ ਵਾਲਾ ਉਹ ਸਾਰਾ ਪੜ੍ਹਿਆ ਹੋਰ ਚੰਗੀ ਤਰ੍ਹਾਂ। ਮੇਰਾ ਮਕਸਦ ਇਹ ਸੀਗਾ ਵੀ ਜਿੰਨਾ ਮੈਂ ਪੜ੍ਹ ਸਕਦਾ ਕੁਝ ਕਰ ਸਕਦਾ ਮੈਂ ਕਰਾਂ, ਤੇ ਅੱਗੋਂ ਮੈਨੂੰ ਕੋਈ ਕੁਐਸਚਨ ਹੁੰਦਾ ਨਾ ਫੋਨ ਤੇ ਕੰਮ ਸੀਗਾ ਮੇਰਾ ਮੇਨਲੀ, ਜਿੰਨੀਆਂ ਕੁਐਰੀ ਸੀਗੀਆਂ ਵੀ ਮੈਨੂੰ ਚੰਗੀ ਤਰ੍ਹਾਂ ਮੈਂ ਸਮਝਾ ਸਕਾਂ ਵੀ ਇਹ ਟੈਕਨੀਕ ਕੀ ਹੈ, ਵੀ ਕੱਲ ਨੂੰ ਕੋਈ ਭੁਲੇਖਾ ਨਾ ਰਹਿ ਜਾਵੇ ਕਿਸੇ ਦੇ ਮਨ ਵਿੱਚ ਵੀ ਅਸੀਂ ਕਹੀਏ ਕੁਝ ਹੋਰ ਤੇ ਜਾਣ ਲੱਗਿਆ ਉਹ ਕਹਿੰਦੇ ਵੀ ਇਹ ਕੀ ਤੁਸੀਂ ਕਰਨ ਆ ਗਏ ਮਸ਼ੀਨਾਂ ਚੱਕ ਕੇ। ਤੇ ਇਹ ਸਾਰਾ ਕੁਝ ਕਰਦੇ ਬਾਕੀ ਤੁਹਾਨੂੰ ਹੁਣ ਅੱਗੇ ਪਤਾ ਹੀ ਹੈ, ਹੌਲੀ ਅਸੀਂ ਸਾਰੇ ਇਕੱਠੇ ਜੁੜੇ ਆ ਤੇ ਅੱਜ ਅਸੀਂ ਮਾਣ ਨਾਲ ਸਾਰੇ ਕਹਿੰਦੇ ਪਏ 58 ਫੋਰੈਸਟ ਅਸੀਂ ਕੰਪਲੀਟ ਕਰ ਚੁੱਕੇ ਹਾਂ। ਤੇ ਤੁਹਾਡੇ ਸਾਰੇ ਹਾਂਜੀ ਸਤਵੀਰ ਕੌਰ ਜੀ। ਸਾਰੇ ਨੂੰ ਵਾਹਿਗੁਰੂ ਜੀ ਕਾ ਖਾਲਸਾ। ਇੱਕ ਸਿਕਲੇਸ਼ਨ ਆਫਿਸਰ ਮੇਰਾ ਕੰਮ ਹੁੰਦਾ ਹੈ ਕਿ ਇੱਕ ਤਾਂ ਕਨੈਕਟ ਕਰਾਉਣਾ ਕੁਝ ਇੰਟਰਨੈਸ਼ਨਲੀ ਜਿਹੜੀ ਇਨਕੁਆਇਰੀਜ਼ ਆਉਂਦੀਆਂ ਨੇ ਜਾਂ ਵੋਲੰਟੀਅਰਸ ਆਉਂਦੇ ਨੇ ਜਾਂ ਜਿਹੜੀਆਂ ਲੋਕਲ ਕੋਈ ਵੀ ਕੁਆਇਰੀਜ਼ ਆਉਂਦੀਆਂ ਨੇ ਫੇਸਬੁੱਕ ਤੇ ਥਰੂ ਵਟਸਐਪ ਤੇ ਥਰੂ ਆਫਿਸ, ਉਹ ਸਾਰਾ ਉਹਨਾਂ ਨਾਲ ਗੱਲਬਾਤ ਕਰਨਾ, ਉਹਨਾਂ ਨੂੰ ਗਾਈਡ ਕਰਨਾ, ਇੱਕ ਦੂਸਰੇ ਨਾਲ ਕਨੈਕਟ ਕਰਾਉਣਾ। ਕਈ ਵਾਰੀ ਹੁੰਦਾ ਹੈ ਕਿ ਇੱਕ ਸ਼ਹਿਰ 'ਚ ਇੱਕ ਫੋਰੈਸਟ ਲੱਗ ਰਿਹਾ ਹੁੰਦਾ ਤੇ ਉੱਥੇ ਇਕੱਲਾ ਕੋਆਰਡੀਨੇਟਰ ਹੁੰਦਾ ਹੈ, ਸੋ ਮੇਰੀ ਡਿਊਟੀ ਬਣ ਜਾਂਦੀ ਹੈ ਕਿ ਉੱਥੋਂ ਦੇ ਵੋਲੰਟੀਅਰਸ ਨੂੰ ਮੈਂ ਉਹਨਾਂ ਨਾਲ ਕਨੈਕਟ ਕਰਾ ਦਾਂ। ਸੋ ਇੱਦਾਂ ਦੇ ਛੋਟੇ ਕੰਮ ਆਫਿਸ 'ਚ ਜਿਹੜੀ ਡਿਊਟੀ ਦੇ ਦੇਣ ਉਹ ਪ੍ਰਵਾਨ ਹੈ। ਇਟਸ ਇਟ। ਸਭ ਤੋਂ ਪਹਿਲਾਂ ਸੌਰੀ ਕਿ ਮੈਂ ਲੇਟ ਹੋ ਗਿਆ ਕਿਉਂਕਿ ਜਾਮ ਸੀਗਾ ਰਸਤੇ ਵਿੱਚ, ਤੇ ਆ ਕੇ ਬੜਾ ਵਧੀਆ ਲੱਗਿਆ ਆਪਣੀ ਟੀਮ ਨਾਲ ਦੁਬਾਰਾ ਮਿਲਿਆ। 1 ਮਹੀਨੇ ਦੇ ਵਿੱਚ ਬ੍ਰੇਕ ਸੀ ਮੇਰੀ ਤੇ ਰੀਸੈਂਟਲੀ ਜਾਂਦੇ ਹੁਣ ਜਾ ਕੇ ਇੱਕ ਫੋਰੈਸਟ ਹੈ ਉਸ ਦਾ ਦੁਬਾਰਾ ਕੰਮ ਸ਼ੁਰੂ ਹੋ ਗਿਆ ਤੇ ਬੜਾ ਵਧੀਆ ਆਪਣੇ ਸਾਰੇ ਲੋਕ ਹਨ ਔਰ ਕਿਤੇ ਕਿਤੇ ਇੱਕ ਸੰਤੁਸ਼ਟੀ ਮਿਲਦੀ ਹੈ। ਅਰਨਿੰਗ ਲਈ ਅਸੀਂ ਹੋਰ ਬੜਾ ਕੰਮ ਕਰਦੇ ਹਾਂ ਬਟ ਕਿਤੇ ਕਿਤੇ ਧਰਤੀ ਨੂੰ ਕੁਝ ਪੇਬੈਕ ਕਰਨ ਲਈ ਜਦੋਂ ਅਸੀਂ ਐਸੇ ਕੰਮ ਕਰਦੇ ਔਰ ਜਿਹੜੇ ਅਸੀਂ ਗਰੋਥ ਦੇਖ ਰਹੇ ਹਾਂ ਬੂਟੇ ਦੀ 3-3 ਮਹੀਨੇ ਦੇ ਵਿੱਚ 10-10 ਫੁੱਟ ਤੱਕ ਪੁੱਜ ਗਏ ਹਨ, ਜੋ ਅਸੀਂ ਰੀਸੈਂਟਲੀ ਜਦੋਂ ਪ੍ਰੈਕਟੀਕਲ ਕਰਾਂਗੇ ਫਿਰ ਅਸੀਂ ਬੋਲ ਪਾਵਾਂਗੇ ਔਰ ਪ੍ਰੈਕਟੀਕਲ ਕੀਤਾ ਵਧੀਆ ਔਰ ਨਾਲ ਵਾਲੇ ਟਾਈਮ ਵਿੱਚ ਵੀ ਅਸੀਂ ਆਪਣੀ ਸਰਵਿਸਿਜ਼ ਦਿੰਦੇ ਰਹਾਂਗੇ। ਵਾਹਿਗੁਰੂ ਜੀ ਕਾ ਖਾਲਸਾ। ਖਾਲੀ ਤਪਸ਼ ਪੂਰੀ ਮਤਲਬ ਭੈੜੀ ਤਰ੍ਹਾਂ ਦੀ ਲੂ ਤੇ 1 ਕਿਲੋਮੀਟਰ ਦੂਰ ਪਾਣੀ ਮਿਲਦਾ ਸੀ ਇਹਨਾਂ ਨੂੰ ਵਿਦਆਊਟ ਐਨੀ ਸਾਈਕਲ ਵਿਦਆਊਟ ਐਨੀ ਰਾਈਡ। ਉੱਥੇ ਸਾਰੀ ਸਿਕਿਉਰਿਟੀ ਦੇ ਵਿੱਚ ਇਹਨਾਂ ਨੇ ਕੰਮ ਕੀਤਾ। that was the utmost difficult job to get the work out of the government officers and IIT ਜਿਨ੍ਹਾਂ ਦੇ ਉੱਪਰ ਇਹ ਸੀ ਪ੍ਰੈਸ਼ਰ ਕਿ ਕੱਲ ਸੀਐਮ ਨੇ ਆਣਾ, 2 ਦਿਨ ਨੂੰ ਸੀਐਮ ਨੇ ਆਣਾ, ਕੋਈ ਸਪੀਸ਼ੀਜ਼ ਨਹੀਂ ਉਦੋਂ ਮਿਲਦੀਆਂ ਸੀ ਤੇ ਇਹਨਾਂ ਨੂੰ ਪ੍ਰੋਮਿਸ ਸੀਗਾ ਕਿ 40 ਸਪੀਸ਼ੀਜ਼ ਲਗਾਉਣੀਆਂ ਉੱਥੇ। ਮੈਨੂੰ ਤੁਸੀਂ ਹੁਕਮ ਕਰ ਦੇਣਾ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਲੋੜ ਹੋਵੇ ਸਵੇਰੇ ਮੈਂ ਤੁਹਾਡੇ ਨਾਲ ਆ, ਤੁਸੀਂ ਇੱਧਰ ਜਾਣਾ ਮੈਂ 2 ਕਦਮ ਨਾਲ ਤੁਰ ਸਕਦਾ, ਤੁਸੀਂ 2 ਕਦਮ ਘੱਟ ਤੁਰ ਲਿਓ, ਤੁਸੀਂ ਹੋਰ ਕੰਮ ਕਰ ਲਿਓ। ਸੋ ਦੈਟ ਇਜ਼ ਦ ਕਾਈਂਡ ਆਫ ਸਪਿਰਿਟ ਜੇ ਬੰਦਾ ਨਾਲ ਲੈ ਕੇ ਚੱਲਦਾ ਜੀ। ਬਹੁਤ ਬਹੁਤ ਧੰਨਵਾਦ। ਮੇਰੀ ਫਰੈਂਡ ਹੈ ਬੇਸਿਕਲੀ, ਸਾਡੇ ਬੱਚੇ ਇਕੱਠੇ ਕੀਰਤਨ ਸਿੱਖਦੇ ਹੁੰਦੇ ਸੀ ਛੋਟੇ ਨਾ ਉਸਤਾਦ ਸੁਖਵੰਤ ਵੀਰ ਜੀ ਤੋਂ। ਤੇ ਉਸ ਤੋਂ ਬਾਅਦ ਮਤਲਬ ਮੈਂ ਥੋੜਾ ਜਿਹਾ ਆਪਣੇ ਹਸਬੈਂਡ ਨਾਲ ਬਿਜ਼ਨਸ 'ਚ ਇਨਵੋਲਵ ਹਾਂ। ਸਾਡਾ ਮੈਟਰਸ ਦਾ ਬਿਜ਼ਨਸ ਹੈ, ਸੋ ਆਈ ਮੈਨੇਜ ਦਾ ਸ਼ੋਰੂਮ। ਤੇ
ਬਸ ਇੱਕ ਪੈਸ਼ਨ ਹੈ, ਨੇਚਰ ਨਾਲ ਪਿਆਰ ਹੈ, ਉਹ ਈਕੋਸਿਕ ਨੇ ਉਹਨੂੰ ਇਗਨਾਈਟ ਕੀਤਾ। ਜਦੋਂ ਸ਼ਾਰਟ ਵਿੱਚ ਕਹੇ ਕਿ ਜਦੋਂ ਅਸੀਂ 10 ਲੱਖ ਬੂਟਿਆਂ ਦਾ ਰੱਖਿਆ ਕਿ ਅਸੀਂ ਮਿਸ਼ਨ ਹੈ ਕਰਾਂਗੇ, ਜਿਹਦੇ ਨਾਲ ਵੀ ਮੈਂ ਗੱਲ ਕਰਨੀ ਨਾ, ਉਹਨਾਂ ਨੇ ਕਹਿਣਾ ਕਿ ਮਤਲਬ ਤੁਸੀਂ ਖਾਲੀ ਬਸ ਨੇਮ ਫੇਮ ਹੈ ਹੋ ਹੀ ਨਹੀਂ ਸਕਦਾ, ਬਟ ਨਾਓ ਆਈ ਕੈਨ ਪ੍ਰਾਊਡਲੀ ਪ੍ਰੂਵ them ਕਿ ਇਹ ਹੋ ਸਕਦਾ ਹੈ। ਪਾਈ ਚਿੰਗ ਟੁਈ ਕੋਈ ਐਂ ਕਰਕੇ ਨਾਮ ਸੀਗਾ। ਯਾ ਨੈਕਸਟ ਜੀ ਬੈਂਕਾਕ ਥਾਈਲੈਂਡ। ਸੋ ਬੈਂਕਾਕ ਦੇ ਵਿੱਚ ਵੀ ਸੰਗਤ ਨੇ ਕੀਤਾ ਜੀ 550 ਪਲਾਂਟੇਸ਼ਨ। ਇਹਦੇ ਵਿੱਚ ਇੰਡੀਅਨ ਐਮਬੈਸੀ ਇਨਵੋਲਵ ਸੀਗੀ ਜੀ। ਉਹ ਦੋਨਾਂ 'ਚ ਮਿਆਂਮਾਰ ਤੇ ਥਾਈਲੈਂਡ ਦੋਨਾਂ ਦੇ ਵਿੱਚ ਐਮਬੈਸਡਰਸ ਆਏ ਸੀਗੇ ਨਾਲ। ਸੋ ਮੈਸੇਜ ਇਜ਼ ਸਟਿਲ ਗੋਇੰਗ ਫਾਰ ਬਿਯੋਂਡ। ਨੈਕਸਟ ਜੀ ਅਨਦਰ ਵਨ ਐਟ ਪਟਾਇਆ, ਆਈ ਡੋਨਟ ਨੋ, ਪਟਾਇਆ ਥਾਈਲੈਂਡ। ਹਾਂਗਕਾਂਗ ਦੇ ਵਿੱਚ ਇਹ ਸਾਡੇ ਨਾਲ ਪਿਛਲੇ ਕਈ ਸਾਲਾਂ ਤੋਂ 2014 ਤੋਂ ਇੱਕ ਕਮਿਊਨਿਟੀ ਜੁੜੀ ਹੋਈ ਹੈ ਜਿਹੜੀ ਸਿੱਖ ਵਾਤਾਵਰਣ ਦੇ ਵਿੱਚ ਵੀ ਮਨਾਉਂਦੀ ਤੇ ਪਲਾਂਟੇਸ਼ਨ ਕਰਦੀ। ਇਸ ਸਾਲ ਵੀ ਇਹਨਾਂ ਨੇ ਗੁਰੂ ਨਾਨਕ 550 ਦਾ ਜਿਹੜਾ ਮੈਸੇਜ ਹੈ 550 ਬੂਟੇ ਲਾ ਕੇ ਅੱਗੇ ਕੀਤਾ। ਨੈਕਸਟ ਜੀ ਐਂਡ ਦੈਟਸ ਦ ਐਂਡ ਆਫ ਸ਼ੋ। ਨਹੀਂ, ਇਹ ਐਂਡ ਆਫ ਸ਼ੋ ਨਹੀਂ ਹੈਗਾ ਜੀ, ਤੁਹਾਡੇ ਸਾਰਿਆਂ ਲਈ ਖੁਸ਼ਖਬਰੀ ਹੈ। ਇੱਕ ਵੱਡੀ ਗੱਲ ਇਹ ਵੀ ਹੈ ਕਿ 10 ਫੋਰੈਸਟ ਜਿਹੜੀਆਂ ਮਹਾਰਾਸ਼ਟਰ 'ਚ ਲੱਗੀਆਂ ਨੇ, ਇਹ ਅਮੇਜ਼ਿੰਗ ਚੀਜ਼ ਹੈ। ਇਹਦੀ ਤੁਹਾਡੇ ਕੋਲ ਵੀਡੀਓ ਹੈਗੀ ਅੱਜ ਦੀ? ਤਾਂ ਤੁਸੀਂ ਅੱਗੇ ਆ ਜਾਓ, ਫਿਰ ਇਸ ਤੋਂ ਬਾਅਦ ਨਾਲ ਨਾਲ ਦਿਖਾਉਂਦੇ ਆ। ਨੈਕਸਟ ਜੀ ਗੁਰਦਾਸਪੁਰ ਫੋਰੈਸਟ ਨੰਬਰ 3। ਇਹ 6.25 ਫੁੱਟ ਦੇ ਨੇ ਸਰਦਾਰ ਜੀ ਜਿਹੜੇ ਤੁਸੀਂ ਦੇਖ ਰਹੇ ਹੋ। ਇੱਥੇ ਜਾ ਕੇ ਅਸੀਂ ਬਿਲਕੁਲ ਹੈਰਾਨ ਰਹਿ ਗਏ ਸੀ ਵੀ ਇਹ ਫੋਰੈਸਟ ਇੰਨੀ ਵੱਡੀ ਕਿੱਦਾਂ ਹੋ ਸਕਦੀ ਹੈ। ਮਤਲਬ ਮੇਰੇ ਨਾਲ ਗਏ ਸੀਗੇ, ਪ੍ਰਪਲ ਗਏ ਸੀ ਤੁਸੀਂ ਸੈਕੰਡ ਟਾਈਮ ਲਗਾਉਣ ਵਾਸਤੇ, ਗੁਰਕਮਲ ਸਿੰਘ ਗਏ ਸੀ ਤੇ ਵਾਪਸੀ ਤੇ ਇਹ ਗਏ ਨੇ। ਤਾਂ ਅਮੇਜ਼ਿੰਗ ਰਿਜ਼ਲਟਸ। ਨੈਕਸਟ ਜੀ ਸੋ ਇਹ 6 ਮਹੀਨਿਆਂ ਦੇ ਡਿਫਰੈਂਸ ਆਪਾਂ ਦੇਖ ਰਹੇ ਹਾਂ, 7 ਮਹੀਨਿਆਂ ਦੇ। ਇਹ ਸਾਡੀ ਲੀਸਟ ਸਰਵਾਈਵਿੰਗ ਵਾਲੀ ਹੈ। ਆਈ ਵੁੱਡ ਸੇ 95% ਜਿਹੜਾ ਨਤੀਜਾ ਹੈ ਨਾ ਕਿਤੇ, ਉਹ ਲੀਸਟ ਹੈ। ਸੋ ਇਹ ਹੈ ਮਰੂਵਨ ਸਾਡਾ, ਜਿਹੜਾ ਮੈਂ ਕਹਿ ਲਈਏ ਫੋਰੈਸਟ ਮੇਕਿੰਗ ਦੀ ਜਿਹੜੀ ਸਾਡੀ ਸਿੱਖਿਆ, ਉਹਦਾ ਧੁਰਾ ਸਾਡਾ ਮੰਦਿਰ ਹੈ ਫੋਰੈਸਟ ਮੇਕਿੰਗ ਦਾ। ਜਿਹੜੇ ਵੀ ਗਏ ਨੇ ਸਾਡੇ ਕੋਲ ਮੈਮਰੀਜ਼ ਨੇ ਇਸ ਜਗ੍ਹਾ ਦੀਆਂ, ਕਿ ਜੋ ਕੁਝ ਨੇਚਰ ਦੇ ਨਾਲ ਜੁੜਨ ਦਾ ਸਾਨੂੰ ਇੱਥੋਂ ਤਜਰਬਾ ਮਿਲਿਆ ਗੌਰਵ ਜੀ ਤੋਂ ਤੇ ਸ਼ੁਭੇਂਦੂ ਜੀ ਤੋਂ ਤੇ ਸਾਰੇ ਪਿੰਡ ਵਾਲਿਆਂ ਤੋਂ, ਉਹ ਅਨਫੋਰਗੇਟੇਬਲ ਐਂਡ ਵੀ ਵੁੱਡ ਲਵ ਟੂ ਕਮ ਬੈਕ ਅਗੇਨ। ਨਥਿੰਗ ਲਾਈਕ ਦਿਸ ਥਿੰਗ। ਆ ਜੋ ਜਗ੍ਹਾ ਨਾ ਜੀ ਪਵਿੱਤਰ ਹੈ, ਇੱਥੇ ਰੋਜ਼ ਰਾਤ ਨੂੰ ਅਸੀਂ ਕੀਰਤਨ ਵੀ ਕੀਤਾ, ਜੰਗਲ ਲਗਾਉਂਦੇ। ਐਵਰੀ ਨਾਈਟ ਵੀ ਯੂਜ਼ ਟੂ ਸਿੰਗ ਲਾਈਕ 1 ਘੰਟਾ 1.5 ਘੰਟਾ ਕੀਰਤਨ ਹੁੰਦਾ ਰਿਹਾ ਇੱਥੇ ਹੀ। ਤੇ ਬਹੁਤ ਪਵਿੱਤਰ ਜਗ੍ਹਾ ਜੀ। ਇੱਥੇ ਹੁਣ ਸਾਰੇ ਖੂਹ ਭਰ ਗਏ ਨੇ, ਨਦੀਆਂ 'ਚ ਪਾਣੀ ਆ ਗਿਆ, ਪਿੰਡ ਵਾਲੇ ਖੁਸ਼ਹਾਲ ਨੇ, ਪਿੰਡ ਬਹਾਲ ਹੈ, ਸੈਕਰਡ ਫੋਰੈਸਟ ਦਾ ਅਸਰ ਹੋ ਗਿਆ ਉੱਥੇ। ਤੇ ਬਹੁਤ ਜ਼ਿਆਦਾ ਜੀਵ ਜੰਤੂ, ਨਵੀਆਂ ਪ੍ਰਜਾਤੀਆਂ, ਕੀੜੇ ਮਕੌੜੇ, ਬਹੁਤ ਕੁਝ ਇੱਥੇ ਹੈ। ਮੋਨੀਟਰ ਲਿਜ਼ਰਡ ਵੀ ਹੈ ਤੇ ਲੈਪਰਡ ਬਿੱਲੀ ਵੀ ਹੈ ਇੱਥੇ ਇਸ ਜਗ੍ਹਾ ਦੇ ਵਿੱਚ। ਨੈਕਸਟ ਜੀ ਇਹ ਮੀਮਸੇ ਦੇ ਵਿੱਚ ਜਿਹੜੀ ਵਲੰਟੀਅਰਸ ਨੇ ਲਗਾਈ 5 ਮਹੀਨਿਆਂ ਦੀ ਗਰੋਥ, ਲਾਈਕ ਅਮੇਜ਼ਿੰਗ ਜੰਗਲ। ਨੈਕਸਟ ਜੀ ਐਂਡ ਚਨਾਰਥਲ ਕਲਾਂ ਆਪਣੀ ਸਭ ਤੋਂ ਫੇਵਰੇਟ ਫੋਰੈਸਟ ਇਹ ਹੈ ਜਿਹਨੂੰ PTC ਚੈਨਲ ਵੀ ਕਵਰ ਕਰਕੇ ਗਿਆ। ਇੱਥੇ ਕੰਪੈਰੀਜ਼ਨ ਵੀ ਨਾਲ ਕੀਤਾ ਗਿਆ, ਬਾਹਰ ਬੂਟੇ ਅਲੱਗ ਲਗਾਏ ਗਏ, ਅੰਦਰ ਅਲੱਗ ਜੰਗਲ 'ਚ। ਅੰਦਰ ਵਾਲੇ ਬੂਟਿਆਂ ਦੀ ਹਾਈਟ 12, 14, 15 ਫੁੱਟ ਤੇ ਬਾਹਰ ਸਾਡੇ ਕੋਈ ਗੋਡਿਆਂ ਤੱਕ ਹੈ, ਕੋਈ ਲੱਕ ਤੱਕ, ਐਂਡ ਦੈਟਸ ਇਟ। ਇਸ ਤੋਂ ਉੱਤੇ ਕੁਝ ਨਹੀਂ ਹੈਗਾ। ਸੋ ਮਸਟ ਵਿਜ਼ਿਟ। ਤੇ ਮੈਂ ਨਾਲ ਇੱਥੇ ਵੀ ਕਹਿਣਾ ਚਾਹੁੰਦਾ ਗੁਰਕਮਲ ਨੂੰ ਮੈਂ ਬਹੁਤ ਵਧਾਈ ਦਿੰਦਾ ਕਿ ਗੂਗਲ ਮੈਪਸ ਦੇ ਉੱਤੇ ਜਿੰਨੀਆਂ ਫੋਰੈਸਟ ਗੁਰੂ ਨਾਨਕ ਸੇਕਰਡ ਫੋਰੈਸਟ ਟਾਈਪ ਕਰੋਗੇ, ਯੂ ਵਿਲ ਗੈਟ ਅ ਐਂਟਾਇਰ ਲਿਸਟ। ਕਿਤੇ ਵੀ ਤੁਸੀਂ ਜਾਣਾ ਆਪਣੇ ਸ਼ਹਿਰ ਦੇ ਨੇੜੇ ਫਾਈਂਡ ਆਊਟ ਕਰਕੇ ਜਾ ਸਕਦੇ ਹੋ। ਚਨਾਰਥਲ ਪਟਿਆਲੇ ਜਾਓ ਤੇ ਜ਼ਰੂਰ ਜਾ ਕੇ ਆਣਾ। ਪਹਿਲਾਂ ਗੁਰਕਮਲ ਲਈ ਤਾੜੀਆਂ। ਇਹ ਬਹੁਤ ਵੱਡੀ ਮਿਹਨਤ ਹੈ ਤੇ ਐਂਡ ਆਈ ਵੁੱਡ ਲਾਈਕ ਕਿ ਤੁਸੀਂ ਇਹਨੂੰ ਕੰਟੀਨਿਊ ਕਰਨਾ ਹੈ, ਠੀਕ ਹੈ? ਚਾਹੇ ਵਿਆਹ ਵਾਲੇ ਦਿਨ ਵੀ ਇੱਕ ਜੀਓ ਟੈਗ ਕਰਨੀ ਪਵੇ। ਨੈਕਸਟ ਜੀ ਖੇੜੀ ਜੱਟਾਂ ਜੁੜੀਆਂ ਹੋਈਆਂ ਜਿਨ੍ਹਾਂ ਨੇ ਇੱਥੇ ਸੇਵਾ ਕੀਤੀ ਹੈ। ਹਾਂਜੀ, ਤੇ ਇੱਕ ਵੀਡੀਓ ਤੁਸੀਂ ਜਿਹੜੀ ਲਾਈ ਦਿਓ, ਜਿੱਦਾਂ ਵੀ ਕਰੋ ਐਡਰੈਸ ਨਾਲ। ਮੇਰੀ ਐਸੋਸੀਏਸ਼ਨ ਕੋਈ ਹੈਗੀ ਹੈ 2 ਸਾਲ ਤੋਂ। ਅਸੀਂ ਨੈਸ਼ਨਲ ਸਿੱਖ ਕੰਪੇਨ ਅਸੀਂ ਕੋਆਰਡੀਨੇਟ ਕੀਤੀ ਸੀ ਤੇ ਹੁਣ ਮੈਨੂੰ ਪਤਾ ਲੱਗਿਆ ਸੀਗਾ ਥੋੜ੍ਹੇ ਦਿਨਾਂ ਤੋਂ ਅਸੀਂ ਫਿਲਮ ਬਣਾਈ ਸੀ ਕੁਰਾਨ ਦੇ ਉੱਤੇ ਡਾਕੂਮੈਂਟਰੀ, ਉੱਥੇ ਉਹਦੀ ਰਿਲੀਜ਼ ਸੀ। ਉੱਥੇ ਅਸੀਂ ਇਕੱਠੇ ਗਏ ਹੋਏ ਸੀ ਤਾਂ ਉੱਥੋਂ ਮੈਨੂੰ ਪਤਾ ਲੱਗਿਆ ਈਕੋ ਸਿੱਖ ਬਾਰੇ ਐਕਚੁਅਲੀ। ਅਤੇ ਜਦੋਂ ਇੱਥੇ ਆਏ ਤਾਂ ਮੈਨੂੰ 3 ਜਣਿਆਂ ਬਾਰੇ ਪਤਾ ਸੀਗਾ ਕਿ ਵੀ 3 ਜਣੇ ਇਹ ਸਾਰਾ ਸ਼ੋਅ ਕਰ ਰਹੇ ਨੇ, ਪਰ ਅੱਜ ਮੈਂ ਜਦੋਂ ਆ ਕੇ ਦੇਖਿਆ ਤਾਂ ਬੜੀ ਵੱਡੀ ਟੀਮ ਹੈ ਤੁਹਾਡੀ ਦਾ, ਔਰ ਬਹੁਤ ਅੱਛਾ ਲੱਗਿਆ। ਅਤੇ ਮੇਰਾ ਖਿਆਲ ਹੈ ਕਿ ਵੀ ਇਹ ਟੀਮ ਹੁਣ ਇਹ ਟੀਮ ਮੈਨੂੰ ਲੱਗਦਾ ਹੈ ਕਿ ਵੀ ਇਹੋ ਜਿਹੀ ਫੋਟੋ ਤਾਂ ਨਹੀਂ ਹੋਣੀ, ਤਾਂ ਵੱਡੇ ਫੋਟੋ ਕੀ ਹੋਊਗੀ ਨੈਕਸਟ ਵੀਡੀਓ। ਬਹੁਤ ਅੱਛਾ ਜੀ, ਬਹੁਤ ਅੱਛਾ। ਤੁਹਾਨੂੰ ਬਹੁਤ ਵਧਾਈ ਜੇ ਤੁਸੀਂ ਇਸ ਕਾਰਜ ਦੇ ਵਿੱਚ ਲੱਗੇ ਹੋਏ ਹੋ। ਇੱਕ ਕਾਮਨ ਕਾਜ਼
ਜੋ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ ਕਿ ਇਹ এনवायरमेंट ਦਾ, ਤੇ ਉਸ ਦੇ ਵਿੱਚ ਤੁਸੀਂ ਆਪਣਾ ਹਿੱਸਾ ਯੋਗਦਾਨ ਪਾ ਰਹੇ ਹੋ, ਤੇ ਇਹਦੇ ਵਾਸਤੇ ਤੁਹਾਨੂੰ ਲੱਖ ਲੱਖ ਵਧਾਈ। ਥੈਂਕ ਯੂ। ਜਾਪਾਨੀ ਤਰੀਕੇ ਨਾਲ ਮੈਥੋਡੋਲੋਜੀ, ਜਿਹਨੂੰ ਮਿਆਵਾਕੀ ਮੈਥੋਡੋਲੋਜੀ ਕਿਹਾ ਜਾਂਦਾ, ਉਹਦੇ ਨਾਲ ਅਸੀਂ ਲਗਾਏ ਗੁਰੂ ਨਾਨਕ ਪਵਿੱਤਰ ਜੰਗਲ, ਤੇ ਇਸ ਤਰ੍ਹਾਂ ਹੋਂਦ ਵਿੱਚ ਆਏ 58 ਗੁਰੂ ਨਾਨਕ ਪਵਿੱਤਰ ਜੰਗਲ ਪਿਛਲੇ 2 ਦਿਨਾਂ ਦੇ ਵਿੱਚ। 13 ਮਾਰਚ 2019 ਨੂੰ ਜਦੋਂ ਇਹ ਜੰਗਲ ਲਗਾਇਆ ਗਿਆ ਸੀ ਤਾਂ 2.5 3 ਫੁੱਟ ਦੇ ਬੂਟੇ ਸਿਰਫ 6 ਪੱਤੇ ਕੈਰੀ ਕਰ ਰਹੇ ਸੀ। ਚਾਹੇ ਤੁਹਾਡੀਆਂ ਅੱਖਾਂ ਦੇ ਸਾਹਮਣੇ ਜਿੱਦਾਂ ਇਹ ਪੱਤੇ ਵੱਧ ਫੁੱਲ ਰਹੇ ਨੇ, ਤੇ ਪੰਜਾਬ ਦੇ ਪੌਣ ਪਾਣੀ, ਇੱਥੋਂ ਦੀ ਤਾਜ਼ੀ ਆਬੋ ਹਵਾ, ਜ਼ਮੀਨ ਦੇ ਹੇਠਾਂ ਜਿਹੜਾ ਪਾਣੀ ਘਟ ਰਿਹਾ, ਉਹਦਾ ਸੰਭਾਲ ਕਰਨ ਦਾ ਇਹ ਸਰਮਾਇਆ ਬਣਿਆ ਗੁਰੂ ਨਾਨਕ ਪਵਿੱਤਰ ਜੰਗਲ। ਤੇ ਹੋਰ ਸਾਰੇ ਗੁਰੂ ਨਾਨਕ ਪਵਿੱਤਰ ਜੰਗਲ ਜੋ ਕਿ ਪੰਜਾਬ ਭਰ ਦੇ ਵਿੱਚ ਲੱਗੇ ਨੇ, ਇਹ ਸਾਰੇ ਪੰਜਾਬ ਦੀ ਘਟਦੀ ਹੋਈ ਬਾਇਓਡਾਇਵਰਸਿਟੀ ਨੂੰ ਸੰਭਾਲਣ ਵਾਸਤੇ ਤਾਂ ਬਣੇ ਨੇ। ਪੰਜਾਬ ਦੇ ਜਿੰਨੇ ਕੀੜੇ ਮਕੌੜੇ ਨੇ, ਭਮੱਕੜ ਨੇ, ਤਿਤਲੀਆਂ ਨੇ, ਭੌਰੇ ਨੇ, ਤੇ ਐਸੀਆਂ ਕਈ ਆਪਣੀਆਂ ਮੂਲ ਪ੍ਰਜਾਤੀਆਂ ਜਿਨ੍ਹਾਂ ਦਾ ਵਰਣਨ ਗੁਰਬਾਣੀ ਦੇ ਵਿੱਚ ਆਇਆ। ਗੁਰੂ ਸਾਹਿਬ ਨੇ ਬੜੇ ਸ਼ੌਂਕ ਦੇ ਨਾਲ ਉਹਨੂੰ ਕਰਤੇ ਦੀ ਵਡਿਆਈ ਦੇ ਵਿੱਚ ਉਹਨਾਂ ਨੂੰ ਉਚਾਰਿਆ। ਉਹ ਸਾਰੀਆਂ ਅੱਜ ਮਿੱਟੀ 'ਚ ਮਿਲ ਰਹੀਆਂ, ਮਿਟ ਰਹੀਆਂ ਨੇ। ਉਹਨਾਂ ਦੀ ਸਾਰ ਸੰਭਾਲ ਕਰਨ ਲਈ ਇਹ ਬਣੇ ਨੇ ਗੁਰੂ ਨਾਨਕ ਪਵਿੱਤਰ ਜੰਗਲ। ਜੇ ਮੇਰਾ ਕੱਦ 5 ਫੁੱਟ 8 ਇੰਚ ਹੈ, ਤਾਂ ਅੱਜ ਇਹ ਜਿਹੜਾ ਸਭ ਤੋਂ ਲੰਬਾ ਬੂਟਾ ਤੁਸੀਂ ਦੇਖ ਰਹੇ ਹੋ, ਇਹ 12 ਫੁੱਟ ਤੋਂ ਉੱਪਰ ਕਰੀਬ ਵੱਧ ਚੁੱਕਿਆ ਹੈ। ਤੇ ਅੱਜ ਦੀ ਅਪਡੇਟ ਹੈ ਵੀ ਇਹੀ ਹੈ ਕਿ ਫੋਰੈਸਟ ਦੀ ਗਰੋਥ ਹੈ ਜਿਹੜੀ, ਅਸੀਂ ਪਹਿਲਾਂ 2.5 ਫੁੱਟ ਦੇ ਬੂਟੇ ਲਗਾਏ ਸੀਗੇ ਜਦੋਂ 6 ਮਹੀਨੇ ਪਹਿਲਾਂ, ਤੇ ਕਰੀਬ 1.5 ਤੋਂ 2 ਫੁੱਟ ਹਰ ਬੂਟਾ ਵੱਧ ਚੁੱਕਾ। ਜੇ ਮੈਂ ਪੱਤਿਆਂ ਦੀ ਗੱਲ ਕਰਾਂ ਤੇ 6 8 ਪੱਤੇ ਸੀਗੇ, ਤੇ ਅੱਜ ਹਰ ਪੇੜ ਦੇ ਉੱਪਰ ਭਰਮਾਰ ਲੱਗੀ ਹੋਈ ਹੈ ਪੱਤਿਆਂ ਦੀ। ਤੇ ਫੋਰੈਸਟ ਦੀ ਡੈਂਸਿਟੀ ਆਲਰੇਡੀ 20 ਟਾਈਮਸ ਜਿਹੜੀ 20 ਗੁਣਾ ਹੋ ਚੁੱਕੀ ਹੈ, ਤੇ ਹਰ ਬੂਟਾ ਬਹੁਤ ਚੰਗੀ ਤਰ੍ਹਾਂ ਵੱਧ ਰਿਹਾ ਹੈ। ਤੇ ਇਸ ਫੋਰੈਸਟ ਦੇ ਵਿੱਚ ਦੀ ਖੁਸ਼ਬੂ ਜਿਹੜੀ ਹੈ ਉਹ ਸੰਘਣ ਤੇ ਪਤਾ ਲੱਗਦਾ ਕਿ ਕਿੰਨੀ ਅਟਰੈਕਟਿਵ ਹੁੰਦੀ ਹੈ, ਰਿਪਲਸਿਵ ਨਹੀਂ ਹੁੰਦੀ। ਤੇ ਇਹ ਮਿੱਟੀ ਦੇ ਵਿੱਚ ਜਿਹੜਾ ਬਾਇਓਮਾਸ ਕੰਟੈਂਟ ਹੈ ਉਹ ਹੋਣ ਕਰਕੇ ਇਸ ਮਿੱਟੀ ਦੀ ਖੁਸ਼ਬੂ ਇੱਕ ਬਿਲਕੁਲ ਵਿਲੱਖਣ ਤੇ ਬਹੁਤ ਤਰੋਤਾਜ਼ਾ ਕਰਨ ਵਾਲੀ ਹੈ। ਸੋ ਪੰਜਾਬ ਦੀਆਂ ਲੁਪਤ ਹੋ ਰਹੀਆਂ ਪ੍ਰਜਾਤੀਆਂ ਜਿਵੇਂ ਕਿ ਟਾਹਲੀ ਹੈ, ਮਹੂਆ ਹੈ, ਕੇਂਦੂ ਹੈ, ਢੱਕ ਹੈ, ਇਹ ਸਾਰੀਆਂ ਪ੍ਰਜਾਤੀਆਂ ਦਾ ਇੱਥੇ ਜਿਹੜਾ ਸੰਰਕਸ਼ਣ ਕੀਤਾ ਜਾ ਰਿਹਾ ਹੈ। ਇਹਨਾਂ ਦਾ ਬੀਜ ਬਣ ਕੇ ਸਾਰੇ ਪੰਜਾਬ ਦੇ ਵਿੱਚ ਅੱਗੋਂ ਇਹਨਾਂ ਨੂੰ ਮੁੜ ਸੁਰਜੀਤ ਕੀਤਾ ਜਾ ਸਕਦਾ। ਅਦਰਵਾਈਜ਼ ਇਹ ਪ੍ਰਜਾਤੀਆਂ ਦੇ ਸਾਨੂੰ ਬੀਜ ਲੱਭਣੇ ਹੀ ਨਹੀਂ। ਇਹਨਾਂ ਨੂੰ 2 ਟਾਈਮ ਪਾਣੀ ਸੁਬਹ ਸ਼ਾਮ ਦੀ। ਤੇ ਸੌਖਾ ਹੀ ਹੈ ਕੰਮ? ਸੌਖਾ ਹੀ ਕੰਮ। ਠੀਕ ਹੈ ਜੀ। ਤੇ ਤੁਸੀਂ ਕੀ ਸੇਵਾ ਕਰਦੇ ਹੋ ਜੀ? ਮੈਂ ਇਹਨਾਂ ਦੀ ਬੂਟੇ ਨੂੰ ਪਾਣੀ ਪਾਉਂਦਾ ਜੀ। ਪਾਣੀ ਪਾਉਣਾ ਮਜ਼ਾ ਆਉਂਦਾ ਪਾਣੀ ਪਾਉਣ ਦਾ? ਹਾਂਜੀ। ਤੇ ਕਿੰਨੇ ਕੁ ਪੰਛੀ ਚਿੜੀਆਂ ਇੱਥੇ ਆਉਂਦੇ ਆ? ਅਜੇ ਇੰਨੇ ਪੰਛੀ ਨਹੀਂ ਸੀ। ਹਾਂਜੀ। ਚਲੋ ਥੋੜੇ ਸੇ ਉੱਥੇ ਤੇ ਉਹਨੀ ਤੇ ਹੈਗੇ ਪੰਛੀ ਜ਼ਿਆਦਾ ਹੋ ਗਏ। ਕਾਫੀ ਫਰਕ ਹੈ। ਤੇ ਆਵਾਜ਼ ਸੁਣਨ ਨੂੰ ਮਿਲਦੀ ਉਹਨਾਂ ਨੂੰ। ਅੱਛਾ। ਚੀਂ ਕਰਦੇ ਨੇ। ਸੋ ਵੀਰੋ ਤੇ ਭੈਣੋ, ਜੇ ਤੁਸੀਂ ਪੰਜਾਬ ਨੂੰ ਵਸਦਾ ਦੇਖਣਾ ਚਾਹੁੰਦੇ ਹੋ, ਪੰਜਾਬ ਦੇ ਵਿੱਚ ਤਾਜ਼ੀ ਆਬੋ ਹਵਾ ਨੂੰ ਮਹਿਸੂਸ ਕਰਨਾ ਚਾਹੁੰਦੇ ਹੋ, ਇੱਥੋਂ ਦੇ ਪੌਣ ਪਾਣੀ ਤੇ ਇੱਥੋਂ ਦੀ ਮਿੱਟੀ ਨੂੰ ਉਪਜਾਊ ਦੇਖਣਾ ਚਾਹੁੰਦੇ ਹੋ, ਤਾਂ ਈਕੋਸਿਕ ਦੇ ਗੁਰੂ ਨਾਨਕ ਪਵਿੱਤਰ ਜੰਗਲ ਪ੍ਰੋਜੈਕਟ ਨੂੰ ਸਪੋਰਟ ਕਰੋ। ਸਾਡੇ ਨਾਲ ਜੁੜੋ ਤੇ ਹਰ ਪਿੰਡ ਦੇ ਵਿੱਚ, ਹਰ ਯੂਨੀਵਰਸਿਟੀ, ਹਰ ਕਾਲਜ, ਸਕੂਲ ਦੇ ਵਿੱਚ ਗੁਰੂ ਨਾਨਕ ਪਵਿੱਤਰ ਜੰਗਲ ਲਗਾਓ। ਜਿੱਥੇ ਆ ਕੇ ਬਹੁਤ ਹੀ ਆਨੰਦ ਆ ਰਿਹਾ ਹੈ, ਤੇ ਮੇਰਾ ਇੱਥੇ ਬੈਠਿਆਂ ਨੂੰ ਕਈ ਵਾਰੀ ਮੇਰੀਆਂ ਅੱਖਾਂ 'ਚ ਹੰਝੂ ਵੀ ਆ ਗਏ ਤੁਹਾਨੂੰ ਸਾਰਿਆਂ ਨੂੰ ਦੇਖ ਕੇ, ਤੁਹਾਡੀਆਂ ਗੱਲਾਂ ਸੁਣ ਕੇ, ਤੇ ਜਿਸ ਤਰ੍ਹਾਂ ਤੁਸੀਂ ਪੈਸ਼ਨ ਦੇ ਵਿੱਚ, ਇੱਕ ਜੋਸ਼ੋ ਖਰੋਸ਼ ਦੇ ਵਿੱਚ ਇਸ ਪੰਜਾਬ ਦੀ ਧਰਤੀ ਨੂੰ ਹਰਾ ਭਰਾ ਕਰਨ ਲਈ, ਹਿੰਦੁਸਤਾਨ ਦੇ ਵਿੱਚ ਇੱਕ ਪਿਆਰ ਦਾ ਸੰਦੇਸ਼ ਵੰਡਣ ਲਈ, ਜਿਸ ਤਰ੍ਹਾਂ ਤੁਹਾਡੇ ਮਨ ਦੇ ਵਿੱਚ ਉਮੰਗ ਮੈਂ ਅੱਜ ਦੇਖੀ ਹੈ, ਇੱਥੇ ਜੋ ਉਤਸ਼ਾਹ ਦੇਖਿਆ ਹੈ, ਜੋ ਉਮਾਦ ਦੇਖਿਆ ਹੈ, ਇਹ ਵਾਕਈ ਕਾਬਲੇ ਤਾਰੀਫ ਹੈ। ਤੇ ਇਹਦੇ ਲਈ ਕੁਝ ਬਿਆਨ ਨਹੀਂ ਕੀਤਾ ਜਾ ਸਕਦਾ। ਇਹ ਤਾਂ ਇੱਥੇ ਬੈਠ ਕੇ ਹੀ ਜੋ ਐਕਸਪੀਰੀਅੰਸ ਮੈਨੂੰ ਕਰਨ ਨੂੰ ਮਿਲਿਆ, ਆਮ ਸ਼ੋਰ ਸ਼ੁਭਿੰਦਰ ਜੀ ਐਂਡ ਚਰਨਵੀਰ ਜੀ ਇਜ਼ ਆਲਸੋ experiencing the same thing. It's just an amazing feeling that we are all, I'm at least filled with that. ਤੇ ਜਿਹੜੀ ਸਭ ਤੋਂ ਜਿਹੜੀ ਇੰਪੋਰਟੈਂਟ ਚੀਜ਼ ਇਹ ਹੈ ਕਿ ਜੋ ਆਪਾਂ ਜਿਸ ਚੀਜ਼ ਨੂੰ ਹੱਥ ਪਾਇਆ ਨਾ, ਤੇ ਜਿਸ ਗੁਰੂ ਦਾ ਨਾਮ ਲੈ ਕੇ ਕਾਰਜ ਸ਼ੁਰੂ ਕੀਤਾ, ਉਹਨਾਂ ਦੀ ਜੇ ਸਾਰੀ ਲਾਈਫ ਸਟੋਰੀ ਨੂੰ ਜੇ ਆਪਾਂ ਆਪਣੇ ਸਾਹਮਣੇ ਰੋਲ ਮਾਡਲ ਬਣਾ ਕੇ ਦੇਖੀਏ, ਤੇ ਗੁਰੂ ਨਾਨਕ ਦੇਵ ਜੀ did the most impossible things, the most impossible dream he had, the most impossible travel he took on, and the most impossible task he had was to change the entire society. ਜਿੱਥੇ ਜਾਤ ਦੇ ਨਾਂ ਦੇ ਉੱਤੇ, ਰੰਗ ਦੇ ਨਾਂ ਦੇ ਉੱਤੇ, ਧਰਮ ਦੇ ਨਾਂ ਦੇ ਉੱਤੇ ਲੜਾਈਆਂ ਝਗੜੇ ਲੋਕਾਂ ਦਾ, ਜਸਟ ਇਮੈਜਿਨ ਕਿ ਤੁਸੀਂ ਅੱਜ ਦੇ ਹਾਲਾਤ ਤੇ ਅੱਜ ਪੰਜਾਬ 'ਚ ਜਾਂ ਅੱਜ ਜੋ ਹਿੰਦੁਸਤਾਨ 'ਚ ਦੇਖ ਰਹੇ ਹੋ, ਤੇ ਸਡਨਲੀ ਇੱਕ ਬੰਦਾ ਕਹੇ ਕਿ ਮੈਂ ਸਾਰੇ ਹਿੰਦੁਸਤਾਨ 'ਚ ਪਿਆਰ ਦਾ ਸੰਦੇਸ਼ ਵੰਡਣਾ ਹੈ, ਰਾਈਟ? ਤੇ ਉਸ ਬੰਦੇ ਨੂੰ ਕੀ ਸਮਝਿਆ ਜਾਊਗਾ? ਤੇ ਉਹਦੇ ਘਰ ਦੇ ਉਹਨੂੰ ਪਹਿਲਾਂ ਕੀ ਕਹਿਣਗੇ?
ਰਾਈਟ। ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਨੇ ਵੀ ਜੋ ਉਹਨਾਂ ਦੇ ਵਿੱਚ ਫਰਜ਼ ਬਣਦਾ ਸੀ ਉਹਨਾਂ ਨੇ ਕੀਤਾ, ਇੱਕ ਚਪੇਟ ਮਾਰੀ, ਰਾਈਟ। ਸੋ ਐਂਡ ਦੈਟਸ ਵਾਟ ਆਲ ਵੀ ਆਰ ਆਲ ਗੋਣਾ ਹੈਵ। ਆਮ ਸ਼ੋਰ ਤੁਹਾਡੇ ਪੇਰੈਂਟਸ ਵੀ ਕਹਿੰਦੇ ਹੋਣੇ ਵੀ ਇਹ ਤੁਸੀਂ ਕੀ ਕਰ ਰਹੇ ਹੋ ਯਾਰ, ਚੱਜ ਦਾ ਕੰਮ ਕਰੋ, ਇਹ ਜੰਗਲ ਕੀ ਲਗਾਈ ਜਾਂਦਾ। ਆਮ ਸ਼ੋਰ ਕਿਹਾ ਤੁਹਾਨੂੰ ਕਿਸੇ ਨੂੰ ਕੱਲ ਰਾਤੀ ਬਹੁਤ ਝਾੜ ਪਈ ਹੈ। ਰਾਈਟ, ਐਗਜ਼ੈਕਟਲੀ। ਸੋ ਪੀਪਲ, ਦ ਵਰਲਡ ਇਜ਼ ਨਾਟ ਗੋਣਾ ਅੰਡਰਸਟੈਂਡ ਅਸ, ਦ ਵਰਲਡ ਇਜ਼ ਨਾਟ ਗੋਣਾ ਨਾਟ ਅੰਡਰਸਟੈਂਡ ਗੁਰੂ ਨਾਨਕ। ਸੋ ਇਸ ਕਰਕੇ ਤੇ ਜਿਹੜੀ ਮੋਸਟ ਇੰਪੋਸੀਬਲ ਟਾਸਕ ਜਿਹੜਾ ਗੁਰੂ ਸਾਹਿਬ ਜੀ ਨੇ ਅਡਾਪਟ ਕੀਤਾ ਆਪਣੇ ਜੀਵਨ ਦੇ ਵਿੱਚ, ਜਿਹੜਾ ਸਾਨੂੰ ਐਜ਼ ਅ ਰੋਲ ਮਾਡਲ ਦੇਖਣਾ ਚਾਹੀਦਾ ਹੈ ਕਿ ਉਹਨਾਂ ਨੇ ਜਦੋਂ ਇਹ ਸਫ਼ਰ ਵੀ ਸ਼ੁਰੂ ਕੀਤਾ ਹੋਣਾ ਤੇ ਕੀ ਉਹਨਾਂ ਨੇ ਕੋਈ ਨਾਲ ਕੁਝ ਨਹੀਂ ਚੱਕਿਆ, ਨਾ ਉਹਨਾਂ ਕੋਲ ਪੋਜੈਸ਼ਨ ਸੀ, ਨਾ ਪੈਸੇ ਚੁੱਕੇ, ਇੱਕ ਰਬਾਬ ਚੁੱਕ ਕੇ ਤੇ ਤੁਰ ਪਏ। ਤੇ ਲੁੱਕ ਐਟ ਵੇਅਰ ਵੀ ਆਰ ਨਾਓ 550 years later, we are celebrating his life, but at the same time look at the message that he spread. 550 years ago the world population was 300 million people, actually 400 million people, which was 40 crore, ਤੇ ਹਿੰਦੁਸਤਾਨ ਦੀ ਪੋਪੂਲੇਸ਼ਨ ਉਸ ਵੇਲੇ 17 ਕਰੋੜ ਸੀ। ਤੇ ਗੁਰੂ ਨਾਨਕ ਦੇਵ ਜੀ ਵੈਂਟ ਟੂ ਐਵਰੀ ਨੁਕ ਐਂਡ ਕਾਰਨਰ ਆਫ ਇੰਡੀਆ, ਤੇ ਜਿੱਥੇ ਕਿਤੇ ਜ਼ਿਆਦਾ ਤੋਂ ਜ਼ਿਆਦਾ ਪੋਪੂਲੇਸ਼ਨ, ਜਿੱਥੇ ਲੋਕ ਇਕੱਠੇ ਹੁੰਦੇ ਸੀਗੇ ਉੱਥੇ ਜਾ ਕੇ ਆਪਣੀ ਗੱਲ ਸੁਣਾਉਣ ਦੀ ਕੋਸ਼ਿਸ਼ ਕਰਦੇ ਸੀਗੇ। ਸੋ ਉਸ ਗੁਰੂ ਦੇ ਜਨਮ ਦਿਨ ਨੂੰ ਆਪਾਂ ਇਹ ਨਵੇਕਲੇ ਢੰਗ ਨਾਲ, ਸੋਹਣੇ ਢੰਗ ਦੇ ਨਾਲ ਮਨਾਉਣ ਦਾ ਜਿਹੜਾ ਇਹ ਹੀਆ ਕੀਤਾ, ਈਵਨ ਟੂ ਡ੍ਰੀਮ, even to embark and take one first step, I think that shows that we are the believers of achieving something most unique and wonderful for the entire world. So ਉਸ ਗੁਰੂ ਦਾ celebration ਦਾ ਜਿਹੜਾ ਇਹ ਅਸੀਂ ਇਹ ਸਟੈਪ ਚੁੱਕਿਆ ਹੈ, ਇਹ ਸਿੱਖ ਕੌਮ ਦੀ ਇਹ ਸਾਰੀ ਸੈਲੀਬ੍ਰੇਸ਼ਨ ਦੇ ਵਿੱਚ ਜੋ ਅੱਜ ਤੋਂ 5 ਸਾਲ ਬਾਅਦ 10 ਸਾਲ ਬਾਅਦ ਜੇ ਕੋਈ ਬੰਦਾ ਯਾਦ ਕਰੇਗਾ ਕਿ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਮਨਾਉਂਦੇ ਆ, ਕੀ ਖਾਸ ਹੋਇਆ ਸੀ, ਰਾਈਟ। ਤੇ ਈਵਨ ਜੇ ਮੈਂ ਕੱਲ ਵੀ ਕਿਸੇ ਨਾਲ ਗੱਲ ਕਰ ਰਿਹਾ ਸੀ ਵੀ 1969 ਦੇ ਵਿੱਚ ਵੀ ਜਦੋਂ ਗੁਰਪੁਰਬ ਮਨਾਇਆ ਗਿਆ ਸੀ, ਅੱਜ ਜੇ 50 ਸਾਲ ਬਾਅਦ ਯਾਦ ਕੀਤਾ ਜਾਵੇ ਤਾਂ ਕੀ ਹੋਇਆ ਸੀ। ਸਪੋਕਸਮੈਨ ਦਾ ਇੱਕ ਰਿਪੋਰਟਰ ਹੀ ਮੈਨੂੰ ਕਹਿ ਰਿਹਾ ਸੀਗਾ, ਸੋ ਹੀ ਵਾਸ ਸੇਇੰਗ ਜੀ ਉਹ ਲਾਈਟ ਐਂਡ ਸਾਊਂਡ ਸ਼ੋਅ ਪਹਿਲੀ ਵਾਰ ਹੋਇਆ ਸੀ। ਸੋ ਦੈਟਸ ਉਹ ਲਾਈਟ ਐਂਡ ਸਾਊਂਡ ਸ਼ੋਅ ਆਪਾਂ ਉਹੀ ਕਰ ਰਹੇ 50 ਸਾਲ ਬਾਅਦ। ਬਟ ਦਿਸ what we are going to do to, you know, what we are doing now and what we're going to do throughout the next few months is going to be remembered for generations to come, and people will thank us, people will be really appreciating our this ਜਿਹੜਾ ਆਪਾਂ ਇਹ ਕੰਮ ਕੀਤਾ ਹੈਗਾ। ਸੋ ਪਹਿਲਾਂ ਤਾਂ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਤੁਸੀਂ ਜਦੋਂ ਅਸੀਂ ਇਹ ਸੋਚਿਆ ਹੀ ਸੀਗਾ ਵੀ ਇਹ ਸਾਨੂੰ ਕਰਨਾ ਚਾਹੀਦਾ, ਉਦੋਂ ਸਾਡੀ ਇੰਟਰਨਲੀ ਵੀ ਆਪਸ ਦੇ ਵਿੱਚ ਵੀ ਯੂ ਨੋ we were self doubting ourselves ਕਿ ਪਤਾ ਨਹੀਂ ਹੋਣਾ ਵੀ ਕਿ ਨਹੀਂ ਹੋਣਾ, ਉਹ ਕਰ ਵੀ ਸਕਦੇ ਹਾਂ ਕਿ ਨਹੀਂ ਕਰ ਸਕਦੇ। ਪਰ ਉਸ ਤੋਂ ਬਾਅਦ ਚਰਨਵੀਰ ਜੀ ਨਾਲ ਜਿਸ ਤਰ੍ਹਾਂ ਸਾਡੀ ਮੁਲਾਕਾਤ ਹੋਈ, ਮੈਨੂੰ ਇਹਨਾਂ ਨੇ ਕਿਹਾ ਕਿ ਜੀ ਤੁਸੀਂ ਇੱਕ ਮੇਰੇ ਨਾਲ ਸਿਟਿੰਗ ਕਰ ਲਓ, ਆਪਾਂ ਬ੍ਰੈਕਫਾਸਟ ਕਰਦੇ ਹਾਂ, ਲੰਚ ਕਰਦੇ ਹਾਂ। ਸੋ ਵੀ ਹੈਡ ਅ ਲੰਚ, ਐਂਡ ਜੋ ਇਹਨਾਂ ਨੇ 5-10-15 ਮਿੰਟਾਂ ਦੇ ਵਿੱਚ ਜੋ ਇਹਨਾਂ ਨੇ ਤਸਵੀਰ ਮੇਰੇ ਸਾਹਮਣੇ ਪੇਸ਼ ਕੀਤੀ, I just could not resist. ਮੈਂ ਕਿਹਾ ਜੀ ਹੋਰ ਸਾਰੇ ਪ੍ਰੋਗਰਾਮ ਕੈਂਸਲ, ਨੈਕਸਟ ਡੇ ਵੀ ਆਰ ਗੋਇੰਗ ਟੂ ਯੋਰ ਫੋਰੈਸਟ, ਤੇ ਐਂਡ ਦੈਨ the whole thing is completely changed. ਸਾਰਾ ਜਿਹੜਾ ਪੈਰਾਡਾਈਮ ਸ਼ਿਫਟ ਹੋ ਗਿਆ। ਸੋ ਵੇਅਰ ਵੀ ਵਾਂਟਡ ਟੂ ਗੋ ਇਜ਼ ਜਸਟ ਕੰਪਲੀਟਲੀ ਕਿ ਨਵੀਂ ਪਟੜੀ ਮਿਲ ਜਾਂਦੀ ਹੈ ਨਾ, ਗੱਡੀ ਨੂੰ ਮਿਲ ਜਾਂਦੀ ਹੈ ਜਿਹੜਾ ਸਿਗਨਲ ਮਿਲ ਜਾਂਦਾ ਵੀ ਇੱਧਰ ਜਾਣੀ ਗੱਡੀ। ਸੋ ਉਹ ਗੱਡੀ ਆਪਣੀ ਉਦੋਂ ਦੀ ਤੁਰੀ ਹੋਈ ਹੈ, ਤੇ ਉਹਦਾ ਜੋ ਰਿਜ਼ਲਟ ਹੈ ਕਿ ਕੋਈ ਤੁਸੀਂ ਕਹਿ ਰਹੇ ਹੋ ਕਿ 11 ਫੋਰੈਸਟ ਲਗਾਏ ਨੇ, ਕਿਸੇ ਨੇ 5 ਲਗਾਏ ਨੇ, ਕਿਸੇ ਨੇ 7 ਲਗਾਏ ਨੇ, ਕਿਸੇ ਨੇ 20 ਲਗਾਏ ਨੇ। ਦਵਿੰਦਰ ਸਿੰਘ, ਵੀ ਆਰ ਵੈਰੀ ਪ੍ਰਾਊਡ ਆਫ ਯੂ। ਸੋ ਮੈਨੂੰ ਉੱਥੇ ਜਦੋਂ ਅਸੀਂ ਇਹ ਗਾਰਡੀਅਨ ਨਿਊਜ਼ਪੇਪਰ ਨੇ ਖਬਰ ਛਾਪੀ ਕਿ ਦਿਸ ਇਜ਼ ਵਾਟ EcoSig is planning with in partnership with Aforest, I received calls from so many non-Sikhs. There is a black lady in Florida. She called me and she said ਕਿ ਮੇਰਾ ਨਾ ਮਿਸ਼ੀਗਨ ਦੇ ਵਿੱਚ ਘਰ ਹੈਗਾ, ਤੇ ਘਰ ਦੇ ਪਿੱਛੇ ਬੈਕਯਾਰਡ ਦੀ ਬੜੀ ਜ਼ਮੀਨ ਹੈਗੀ ਹੈ, ਤੁਸੀਂ ਉੱਥੇ ਆ ਕੇ ਫੋਰੈਸਟ ਲਗਾ ਸਕਦੇ ਹੋ। ਤੇ ਇੱਕ ਬੰਦੇ ਦੀ ਮੈਨੂੰ ਆਪਣਾ ਨਿਊਯਾਰਕ ਸਿਟੀ ਤੋਂ ਮੈਸੇਜ ਆਇਆ ਕਿ ਹਾਊ ਕੈਨ ਆਈ ਹੈਲਪ। ਸੋ ਵੇਰੀਅਸ ਪੀਪਲ ਹੈਵ want to join this, and then there is another organization ਜਿਹੜੀ ਕਿ ਹਾਲੀਵੁੱਡ ਦੇ ਜਿਹੜੇ ਉੱਥੋਂ ਦੇ ਸਟਾਰਸ ਤੇ ਉਹਨਾਂ ਦੇ ਵਰਕਰਸ ਦੀ ਜਿਹੜੀ ਇੱਕ ਬਣੀ ਹੋਈ ਹੈ ਯੂਨੀਅਨ, ਤੇ ਉਹ ਇੱਕ ਦੇ ਆਰ ਐਸੋਸੀਏਟਡ ਵਿਦ ਅ ਫਾਊਂਡੇਸ਼ਨ, ਉਹਨਾਂ ਵੱਲੋਂ ਸਾਨੂੰ ਇੱਕ ਗ੍ਰਾਂਟ ਦਿੱਤੀ ਗਈ
ਕਿ ਤੁਸੀਂ ਇਹ ਜੇ ਕੰਮ ਕਰ ਰਹੇ ਹੋ ਇਹ ਜ਼ਰੂਰ ਸਾਨੂੰ ਕਰੋ ਤੇ ਫਰਵਰੀ ਤੱਕ ਸਾਨੂੰ ਰਿਪੋਰਟ ਦੱਸਿਓ, ਪਰ ਲੱਗੇ ਰਹੋ। ਜਿਨ੍ਹਾਂ ਦਾ ਕੋਈ ਲੈਣਾ ਦੇਣਾ ਵੀ ਨਹੀਂ ਗੁਰੂ ਨਾਨਕ ਦੇ ਨਾਲ, ਜਿਨ੍ਹਾਂ ਦਾ ਕੋਈ ਲੈਣਾ ਦੇਣਾ ਪੰਜਾਬ ਦੇ ਨਾਲ ਨਹੀਂ ਹੈ, ਜਿਨ੍ਹਾਂ ਦਾ ਕੋਈ ਸੰਬੰਧ ਹੀ ਨਹੀਂ ਹੈ ਇੱਕੋ ਸਿੱਖ ਦੇ ਨਾਲ, those people are coming forward and supporting us. So that shows that what we are doing is just ਇਹਦਾ ਕੋਈ ਲਫ਼ਜ਼ ਹੀ ਨਹੀਂ ਹੈਗੇ ਇਹਨੂੰ ਕਿਸ ਤਰ੍ਹਾਂ ਬਿਆਨ ਕੀਤਾ ਜਾਵੇ। ਸੋ ਅਖੀਰ ਦੇ ਵਿੱਚ ਮੈਂ ਤਾਂ ਇੱਕ ਗੱਲ ਕਹਾਂਗਾ ਕਿ ਅੱਜ ਹੁਣ ਆਪਾਂ 1820 ਦਾ ਟਾਰਗੇਟ ਸੀਗਾ ਰਾਈਟ ਸਾਡਾ, ਤੇ ਆਪਾਂ ਹੁਣ ਤੱਕ ਕਿੰਨੇ ਜੰਗਲ ਲਗਾ ਲਏ ਨੇ ਜੀ? 58। ਤੇ 1820 ਦੇ ਵਿੱਚੋਂ 58 ਕੱਢੋ ਤੇ ਕਿੰਨੇ ਬਚਦੇ ਨੇ? 1762। ਹਾਂਜੀ 1762। 1762 ਤੁਹਾਨੂੰ ਕੋਈ ਪਤਾ ਕੀ ਹੋਇਆ ਸੀ ਸਿੱਖ ਹਿਸਟਰੀ ਦੇ ਵਿੱਚ? ਕਿਸੇ ਨੂੰ ਯਾਦ ਨਹੀਂ ਯਾਦ? Ahmad Shah Abdali used to come and attack India and he came almost 14-15 times. Each time ਉਹ ਆਂਦਾ ਸੀਗਾ ਪੰਜਾਬ ਨੂੰ ਲਤਾੜਦਾ ਹੋਇਆ ਦਿੱਲੀ ਜਾਂਦਾ ਸੀ, ਦਿੱਲੀ ਦੇ ਸਾਰੇ ਪੋਪੂਲੇਸ਼ਨ ਨੂੰ ਲੁੱਟਦਾ ਸੀ, ਖਜ਼ਾਨਾ ਲੁੱਟ ਕੇ ਵਾਪਸ ਲੈ ਜਾਂਦਾ ਸੀਗਾ, ਕੁੜੀਆਂ ਨੂੰ ਲੈ ਜਾਂਦਾ ਸੀ। ਸੋ ਸਿੱਖਾਂ ਨੇ ਫੈਸਲਾ ਕੀਤਾ ਕਿ ਉਹਨੂੰ ਚੈਲੰਜ ਕਰਨਾ ਹੈ, we gonna stop him. So they would attack him. So finally he got so annoyed, ਉਹ ਕਹਿੰਦਾ ਮੈਂ ਇਹਨਾਂ ਨੂੰ ਸਬਕ ਸਿਖਾਉਣਾ ਹੈ। So he started an army from Lahore. He followed the Sikhs. ਤੇ ਉਹ ਜਾ ਕੇ ਉਹਨਾਂ ਨੇ ਜਿਹੜਾ ਕਾਨੂੰਵਾਨ ਦੇ ਜੰਗਲ ਦੇ ਵਿੱਚ ਉਹਨਾਂ ਨੇ ਸਰਾਊਂਡ ਕਰਕੇ ਤੇ 30,000 ਸਿੱਖ ਇੱਕੋ ਦਿਨ ਮਾਰਤਾ, because there was the largest massacre. 30,000 Sikhs were killed. So this was almost 60% of the Sikh population in the world at that time was gone. ਤੇ ਬਚੇ ਕਿਹੜੇ ਸੀਗੇ? ਥੋੜੇ ਬਹੁਤ ਸਿੱਖ ਬਚੇ ਸੀਗੇ। ਤੇ ਜੱਸਾ ਸਿੰਘ ਆਹਲੂਵਾਲੀਆ was the leader of the Sikhs at that time. ਤੇ most they were men and women, ਜਿਹੜੇ elderly men ਸੀਗੇ, elderly women, ਤੇ ਥੋੜੀਆਂ ਬੀਬੀਆਂ ਸੀ, ਬੱਚੇ ਸੀਗੇ। ਉਹਨਾਂ ਦੇ ਸਾਰਿਆਂ ਦੇ ਕੋਲ ਖੜ ਕੇ ਪਤਾ ਉਹਨਾਂ ਨੇ ਕੀ ਕਿਹਾ ਸੀਗਾ ਕਿ ਹੁਣ ਅਸੀਂ ਦਿਖਾਵਾਂਗੇ ਅਬਦਾਲੀ ਨੂੰ ਅਸੀਂ ਕੌਣ ਹੈਗੇ। ਤੇ within 6 months Abdali had to leave Lahore and Sikh ਜਿਹੜੇ ਬੱਚੇ ਸੀਗੇ ਉਹਨਾਂ ਨੇ ਜਾ ਕੇ ਸਿੱਖ ਰਾਜ ਪਹਿਲਾ ਐਸਟੈਬਲਿਸ਼ ਕੀਤਾ 1762। So 1762 reminds us that we can do impossible things, and this 1762 should continue to remind us and show us an example that those impossible dreams were achieved, that impossible task was done, there was injustice was stopped and justice was established, and a first system of giving everyone having a chance of equality and justice and peace and human rights, that was established in 1762. So by us taking these steps of 1762 steps, we will be also sending the same signal that everyone needs to have a fresh air, everyone needs to have clean air, everybody has the right to live with good environment, with clean environment, with clean water, with clean everything ਜਿਹੜਾ ਕਿ ਸਾਨੂੰ ਚਾਹੀਦਾ ਹੈ। ਇਸ ਵੇਲੇ ਇਹਨੂੰ ਐਸਟੈਬਲਿਸ਼ ਕੀਤਾ ਗਿਆ ਕਿ ਇਹ ਹਿਊਮਨ ਰਾਈਟ ਹੈਗਾ। ਸੋ ਤੁਹਾਨੂੰ ਕੀ ਲੱਗਦਾ ਆਪਾਂ ਕਰ ਸਕਦੇ ਹਾਂ ਇਹ ਕੰਮ? ਤੁਹਾਨੂੰ ਕੀ ਲੱਗਦਾ ਕਿ ਕਿਹੜੀਆਂ ਮੁਸੀਬਤਾਂ ਸਾਡੇ ਸਾਹਮਣੇ ਆਉਣਗੀਆਂ ਸਾਨੂੰ ਹਿਲਾ ਪਾਉਣਗੀਆਂ? ਨਹੀਂ, ਰਾਈਟ? ਸੋ ਇਹ ਅਸੀਂ ਕੈਲਕੂਲੇਟ ਕਰ ਰਹੇ ਸੀਗੇ ਜੇ ਬਿਟਵੀਨ ਨਾਓ ਐਂਡ ਨਵੰਬਰ ਨੈਕਸਟ ਈਅਰ ਸਾਡੇ ਕੋਲ ਜੇ ਅਸੀਂ 1762 ਨੂੰ 365 ਦੇ ਨਾਲ ਡਿਵਾਈਡ ਕਰੀਏ ਤੇ ਕਿੰਨੇ ਬਣਦੇ ਨੇ? ਕਿਉਂਕਿ ਮੈਂ ਇਹ ਮੈਨੂੰ ਇਦਾਂ ਦੀਆਂ ਚੀਜ਼ਾਂ ਬੜੀਆਂ ਪਸੰਦ ਆਉਂਦੀਆਂ। ਹਾਂਜੀ, 4 forest a day. That's the kind of speed we will have to take. 4 forest a day ਜੇ ਅੱਜ ਤੋਂ ਸ਼ੁਰੂ ਕਰ ਦਈਏ ਅਗਲੀ ਨਵੰਬਰ ਤੱਕ ਆਪਾਂ ਇਹ 1762 ਦਾ ਜਿਹੜਾ ਟਾਰਗੇਟ ਪੂਰਾ ਕਰ ਸਕਦੇ। ਤੇ ਹੋ ਸਕਦਾ ਅੱਜ ਜਿਸ ਕਿਸਮ ਦੀਆਂ ਆਰਗੇਨਾਈਜੇਸ਼ਨਸ, ਜਿਸ ਕਿਸਮ ਦੇ ਲੋਕ ਸਾਡੇ ਨਾਲ ਹੁਣ ਜੁੜ ਰਹੇ ਨੇ, ਇਹ ਕੰਮ ਆਪਾਂ ਅਕੰਪਲਿਸ਼ ਕਰ ਸਕਦੇ ਹਾਂ। ਬਸ ਇਹੀ ਹੈ ਕਿ ਹੁਣ ਤੁਹਾਡੀ ਜਿੰਨੀ ਫੌਜ ਹੈ ਇਹ ਫੌਜ ਨੇ ਹੁਣ ਆਪਣੇ ਆਪ ਨੂੰ ਡਬਲ ਕਰਨਾ, ਆਪਣੇ ਆਪ ਨੂੰ ਤੁਸੀਂ ਕਲੋਨ ਕਰਨਾ, ਆਪਣੇ ਆਪ ਨੂੰ ਤੁਸੀਂ ਸਪਰੈਡ ਕਰਨਾ ਇਨ whatever ways and shape and form, bringing more people to join you and bringing more enthusiasm among your own friends and family. ਇਹਦੇ ਨਾਲ ਇਹ ਕੰਮ ਛੇਤੀ ਤੋਂ ਛੇਤੀ ਹੋ ਸਕਦਾ ਹੈ। ਤੇ ਮੈਨੂੰ ਲੱਗਦਾ ਕਿ ਬਾਹਰਲੇ ਸਿੱਖ ਵੀ ਹੁਣ ਇਸ ਗੱਡੀ ਤੇ ਚੱਲ ਪਏ ਨੇ ਤੇ ਹੌਲੀ ਹੌਲੀ ਇਹ ਕੰਮ ਕਰਨਾ ਹੈਗਾ।
क्योंकि EcoSig Canada has established the goal of planting 55,000 trees, and by November 12th they're going to do 10,000 trees. So ਇਸ ਤਰ੍ਹਾਂ ਬਾਕੀ ਦੇਸ਼ਾਂ ਦੇ ਵਿੱਚ ਇਹ ਕੰਮ ਹੋਏਗਾ, but I want to on behalf of the entire EcoSig family and the entire Sikh community, I really want to thank Shubhendu ji for your guidance, for your being the role model, being a source of inspiration for all of us. So Guru Nanak Dev ji, in one of the lines he says, Je tu taru paan taau puch tidan khal, if you really want to swim, don't try on your own doing things. Go and learn the technique from the champions. Je tu taru paan taau puch tidan khal. Those who have become the champions, they can give you the direction. So you are the champions, and you are here to learn techniques. So may Vaheguru bless you. May Vaheguru always be with you. And Guru Sahib ji ne ek aur badi sohni tuk kahi hai कि कर्म पेड़ शाखा हरी धर्म फुल फल ज्ञान, कि जे तुहाडे तुसी आप ही, if you can become like a tree and you offer yourself as a servant of humanity, if you offer, you know what happens? Your branches are nothing but Vaheguru. कर्म पेड़ चंगे deeds ਦਾ ਦਰਖਤ ਬਣ ਜਾਵੇ ਤੇ ਉਹਦੀਆਂ ਸ਼ਾਖਾਵਾਂ, कर्म पेड़ शाखा हरी ਬਣ ਜਾਂਦਾ, ਰਾਈਟ? ਧਰਮ ਫੁੱਲ, ਤੇ ਜਿਹੜਾ ਉਹਦੇ ਵਿੱਚੋਂ ਧਰਮ ਪੈਦਾ ਹੁੰਦਾ ਹੈ, ਉਹ ਜਿਹੜਾ ਫੁੱਲ ਰੂਪ ਧਰਮ ਉਸੇ ਰੁੱਖ ਨੂੰ ਲੱਗਦਾ ਹੈ ਜਿਸ ਰੁੱਖ ਦੇ ਵਿੱਚ ਸੇਵਾ ਕਰਨ ਦਾ ਚਾਹ ਹੋਵੇ, ਜਿਹਦੇ ਗੁੱਡ ਡੀਡਸ ਦੇ ਵਿੱਚ ਦੂਜਿਆਂ ਨੂੰ ਸੁੱਖ ਪਹੁੰਚਾਉਣ ਦਾ ਡ੍ਰੀਮ ਹੋਵੇ। ਤੇ ਫਿਰ ਅਖੀਰ ਦੇ ਵਿੱਚ ਪਤਾ ਕੀ ਕਹਿੰਦੇ? ਧਰਮ ਫੁੱਲ ਫਲ ਗਿਆਨ। ਅਸਲੀ ਵਿਜ਼ਡਮ ਉਦੋਂ ਹੀ ਪੈਦਾ ਹੋਣੀ ਹੈ ਜਦੋਂ ਇਸ ਕਿਸਮ ਦਾ ਜੀਵਨ ਬਣੇ, ਇਸ ਕਿਸਮ ਦਾ ਰੁੱਖ ਬਣ ਜਾਵੇ। ਤੇ ਫਿਰ ਪਤਾ ਕੀ ਕਹਿੰਦੇ ਨੇ? You will always remain everything. So may Vaheguru fulfill that dream of Guru Nanak Dev Ji, that we become, each one of us become the Guru Nanak sacred forest. Wow. We are the Guru Nanak sacred forest. We are the ones who are going to spread and become a bigger and bigger Guru Nanak sacred forest in the entire world. Vaheguru Ji Ka Khalsa, Vaheguru Ji Ki Fateh. Thank you, Rajmohan Dev Ji, for enlightening us with Gurbani and so well quoting. When someone recites Gurbani and ਉਹਦੇ ਜਦੋਂ ਅਰਥ ਕਰਦੇ ਨੇ ਉਹ, ਤੇ ਉਹ ਅਰਥ ਇੰਜ ਲੱਗਦਾ ਕਿ ਗੁਰੂ ਸਾਹਿਬ ਨੇ ਸਾਡੇ ਵਾਸਤੇ ਹੀ ਲਿਖੇ ਨੇ। ਔਰ ਇਹ ਗੁਣ ਬੜੇ ਥੋੜੇ ਲੋਕਾਂ 'ਚ ਹੁੰਦਾ ਹੈ ਕਿ ਢੁਕਵੇਂ ਕੋਟਸ ਗੁਰਬਾਣੀ ਦੇ ਵਿੱਚੋਂ ਉਹ ਉਸ ਮੌਕੇ ਨੂੰ ਸੰਭਾਲਣ ਵਾਸਤੇ, ਉਸ ਮੌਕੇ ਤੇ ਇਨਸਪਾਇਰ ਕਰਨ ਵਾਸਤੇ ਸਾਡੇ ਸਾਰਿਆਂ ਨਾਲ ਸ਼ੇਅਰ ਕਰ ਸਕਣ। ਔਰ ਇਹ ਗੁਣ ਰਾਜਵੰਤ ਵੀਰ ਜੀ 'ਚ ਹੈ ਕਿ ਉਹ ਜਦੋਂ ਵੀ ਆਈ ਐਮ ਹਿਜ਼ ਡਾਈ ਹਾਰਡ ਫੈਨ, ਕਿਉਂਕਿ ਉਹ ਇੰਨਾ ਚੰਗਾ ਬੋਲਦੇ ਨੇ ਔਰ ਇੰਨਾ ਢੁਕਵਾਂ ਬੋਲਦੇ ਨੇ ਕਿ ਸਿੱਧਾ ਦਿਲ 'ਚ ਲੱਗਦਾ। ਐਂਡ ਆਈ ਫੀਲ ਕਿ ਸਾਡੇ ਸਾਰਿਆਂ ਨੂੰ ਵੀ ਬਿਲਕੁਲ ਇਹੀ ਇਸ ਵੇਲੇ ਫੀਲਿੰਗ ਜਿਹੜੀ ਹੈ ਉਹ ਅਸੀਂ ਮਹਿਸੂਸ ਕਰ ਰਹੇ ਹਾਂ। So thank you Rajwant Veer ji for coming all the way and inspiring our team with your words. And with these words I request Shubhendu ji to please come forward. I'm sure he also wants to express his heartfelt feelings with our volunteers, with our forest creators. Please. थैंक यू सो मच मैम। मैं ज़्यादा टाइम इसलिए नहीं लूँगा क्योंकि मुझे आप सबका थोड़ा और टाइम चाहिए कुछ टेक्निकल बातें करने के लिए। तो पिछली बार जब हम लोग मिले थे तो जापान से हमारे ट्रेनर आए थे। मतलब आप ये समझ लो कि पिछले 8 साल से जो हम करते आ रहे थे उसको हमारे ट्रेनर्स ने बोला कि ये ठीक नहीं है। तो
जो मेथड वो हमें सिखा के गए हैं उसका डॉक्यूमेंटेशन पूरा करके एक दो ट्रायल हम लोगों ने किए और समझ में आ रहा है कि ये नया तरीका ज़्यादा पक्का तरीका है। तो उसके लिए मैंने एक प्रेजेंटेशन बनाई है आपके लिए, आपके स्लाइड्स की। तो वंस वी आर डन फिर से प्रोजेक्ट पर चालू करके टेक्निकल बात करेंगे। थैंक यू सो मच। आशीर्वाद दियो शुभेंद्र जी ने बाद च लंबा देना तुसी हुणे दे दियो बाद च It's my greatest honor to be with all of you. ਅਸੀਂ ਇਹ ਜਿਹੜੀ ਜ਼ਿੰਦਗੀ ਦੀ ਸਭ ਤੋਂ ਸੋਹਣੀ ਆਪਣੀ ਜਰਨੀ ਇਕੱਠਿਆਂ ਸਟਾਰਟ ਕੀਤੀ ਹੈ, ਇਹਨੂੰ ਮੈਂ ਚਾਹੁੰਦਾ ਕਿ ਅਸੀਂ ਹਮੇਸ਼ਾ ਉਮਰ ਭਰ ਇਕੱਠੇ ਹੋ ਕੇ ਚਲਾ ਕੇ ਇਸੇ ਤਰੀਕੇ ਨਾਲ ਚੱਲਦੇ ਰਹੀਏ। ਸੋ ਆਈ ਵਾਂਟ ਟੂ ਥੈਂਕ ਈਚ ਵਨ ਆਫ ਯੂ। ਮੈਂ ਇਹਨਾਂ ਨਾਲ ਵੀ ਸ਼ੇਅਰ ਕਰਨਾ ਡਾਕਟਰ ਸਾਹਿਬ ਵਿਦ ਡਿਊ ਰਿਸਪੈਕਟ ਤੁਹਾਨੂੰ ਵੀ ਕਹਾਂਗਾ ਕਿ ਜੋ ਇਹ ਸਾਰੇ ਕਰ ਰਹੇ ਔਰ ਜੋ ਅਸੀਂ ਕਰ ਰਹੇ ਹਾਂ ਉਹ ਸੇਵਾ ਵਿੱਚ ਕੋਈ ਫਰਕ ਨਹੀਂ ਆ। ਹਰ ਕੋਈ ਆਪਣਾ ਆਪਣਾ ਫਰਜ਼ ਉਸੇ ਤਰੀਕੇ ਨਾਲ ਨਿਭਾ ਰਿਹਾ। ਤੁਸੀਂ ਸਾਡੀ ਲੀਡਰਸ਼ਿਪ ਕਰ ਰਹੇ ਹੋ ਤੇ ਜਿਹੜੇ ਜਾ ਕੇ ਉੱਥੇ ਇੱਕ ਫੋਰੈਸਟ ਲਗਾ ਰਹੇ ਉਹਨਾਂ ਦੀ ਵੀ ਬੜੀ ਸੇਵਾ ਮਹਾਨ ਹੈ। ਸੋ ਥੈਂਕ ਯੂ ਈਚ ਵਨ ਆਫ ਯੂ। ਤੇ ਕਦੀ ਵੀ ਕੋਈ ਵੀ ਕੰਮ ਦੇ ਵਿੱਚ ਅਗਰ ਸਾਡੇ ਆਪਸ ਵਿੱਚ ਕੰਮ ਕਰਨ ਦੇ ਤਰੀਕੇ ਅੱਗੇ ਪਿੱਛੇ ਕੋਈ ਗੱਲਬਾਤ ਐਸੀ ਹੋਵੇ, ਇਟ ਇਜ਼ ਮੈਂਟ ਟੂ ਟੇਕ ਦ ਮਿਸ਼ਨ ਫਾਰਵਰਡ ਇਨ ਅ ਬੈਟਰ ਵੇ। ਅਸੀਂ ਮਿਲ ਕੇ ਐਸੇ ਤਰੀਕੇ ਨਾਲ ਇਹਨੂੰ ਕਰਦੇ ਰਹੀਏ। ਬਹੁਤ ਸੋਹਣਾ, ਬਹੁਤ ਹੀ ਅੱਛਾ, ਬਹੁਤ ਹੀ ਮਹਿੰਗਾ ਹੋਇਆ ਸਾਡਾ ਕਾਰਵਾਂ ਚੱਲਦਾ ਰਹੇ। ਸੋ ਦਿਸ ਬਲੇਸਿੰਗ ਆਫ ਗੁਰੂ ਨਾਨਕ ਦੇਵ ਜੀ, ਇਹਨੂੰ ਅਸੀਂ ਬਹੁਤ ਅੱਗੇ ਤੱਕ ਮਿਲ ਕੇ ਲੈ ਕੇ ਜਾਣਾ ਚਾਹੁੰਦੇ ਹਾਂ। ਦੂਸਰਾ ਮੇਰਾ ਤੁਹਾਡੇ ਨਾਲ ਸ਼ੇਅਰਿੰਗ ਹੈ ਕਿ ਦ ਬਿਲੀਫ ਸਿਸਟਮ, ਤੁਸੀਂ ਇੱਕ ਵਿਜ਼ਨ ਲੈ ਕੇ ਚੱਲੇ ਸੀਗੇ, ਥਿੰਕਿੰਗ ਕੀ ਹੈ ਕਿ ਹੋਏਗਾ, ਉਹ ਸੋਚ ਆਪੇ ਗੁਰੂ ਸਾਨੂੰ ਦੇਵੇ। ਉਹੀ ਤਰੀਕਾ ਸਾਡਾ ਬਿਲੀਫ ਸਿਸਟਮ ਦਾ ਕਿ ਇੱਥੇ ਜਿੰਨੇ ਮੇਰੇ ਵੀਰ ਬੈਠੇ ਹਨ, ਨਨ ਆਫ ਅਸ ਥਾਟ ਕਿ ਅਸੀਂ ਗੁਰੂ ਨਾਨਕ ਸੇਕਰੇਡ ਫੋਰੈਸਟ ਲਗਾ ਸਕਦੇ ਹਾਂ। ਔਰ ਅੱਜ 11, 18, 20, 5, 4 so one Guru Nanak sacred forest to be planted by each eco-Sikh। ਤੇ ਮੈਨੂੰ ਦੱਸ ਰਹੇ ਰਮਨੀਤ ਜੀ ਕਿ ਤਕਰੀਬਨ 50,000 eco-Sikh ਦੁਨੀਆ 'ਚ ਹੋਣਗੇ ਜਿਨ੍ਹਾਂ ਨੇ eco-Sikh ਨਾਲ ਕੰਮ ਕੀਤਾ ਹੈ। ਸੋ ਹੁਣ ਤੁਹਾਡਾ ਸੋਚ ਜਿਹੜੀ 1820 ਨਾਲੋਂ 50,000 ਗੁਰੂ ਨਾਨਕ ਸੇਕਰੇਡ ਫੋਰੈਸਟ ਤੱਕ ਪਹੁੰਚ ਜਾਂਦੀ ਹੈ। ਦਾਤਾ ਕਰੇਗਾ, ਰਸਤੇ ਵੀ ਦੇਗਾ ਸਾਨੂੰ। ਸੋ ਇਹ ਬਿਲੀਫ ਸਿਸਟਮ ਮੇਰੇ ਵਾਸਤੇ ਵੀ, ਜਦੋਂ ਮੈਂ ਤੁਹਾਨੂੰ ਕਿਹਾ ਸੀਗਾ ਐਵਰੀ ਇਕੋ-ਸਿੱਖ ਕੈਨ ਕ੍ਰੀਏਟ ਅ ਗੁਰੂ ਨਾਨਕ ਸੇਕਰੇਡ ਫੋਰੈਸਟ, ਤੇ ਅਸੀਂ ਉੱਥੇ ਕੱਟ ਕੇ ਗੁਰਕਮਲ ਦੇ ਨਾਮ ਹੀ ਲਿਖਿਆ ਸੀਗਾ, ਗੁਰਕਮਲ ਕੈਨ ਕ੍ਰੀਏਟ ਐਨ ਇਕੋ ਗੁਰੂ ਨਾਨਕ ਸੇਕਰੇਡ ਫੋਰੈਸਟ। ਹੈ ਰਾਈਟ? ਤੇ ਤੁਸੀਂ ਵੀ ਲਗਾ ਲਿਆ। ਹਾਂ, ਤੇ ਥੋੜਾ ਮਜ਼ਾਕ ਵਿੱਚ ਗੱਲ ਹੈ ਸਾਰੀ ਹੋ ਰਹੀ ਸੀਗੀ। ਸੋ ਦਿਟਸ ਅ ਫੈਕਟ, ਐਵਰੀਵਨ ਕੈਨ ਡੂ ਇਟ। ਮੇਰੀਆਂ ਭੈਣਾਂ ਦੇ ਆਰ ਡੂਇੰਗ ਇਟ। ਉਹਨਾਂ ਨੇ ਹੈਲਪ ਕੀਤਾ, ਸਪੋਰਟ ਕੀਤਾ ਕੋਆਰਡੀਨੇਸ਼ਨ ਵਿੱਚ। ਅੱਗੋਂ ਮੈਂ ਚਾਹਾਂਗਾ ਕਿ ਇਹਨਾਂ ਕੋਲੋਂ ਅਸੀਂ ਸੁਣੀਏ ਕਿ ਇਹਨਾਂ ਨੇ ਕਿੰਨੇ ਗੁਰੂ ਨਾਨਕ ਸੇਕਰੇਡ ਫੋਰੈਸਟ ਇੰਡੀਪੈਂਡੈਂਟਲੀ ਬਾਈ ਕੀਤਾ। So every one of us can do it. So that's about the belief system. One is about the blessings, the other is about the belief system. And finally, ਜੋ ਸਾਨੂੰ ਅੱਜ ਡਾਕਟਰ ਸਾਹਿਬ ਨੇ ਸਾਂਝ ਕੀਤੀ ਹੈ ਕਿ a black woman in so and so place wants to plant, ਇਹ ਸਾਨੂੰ ਐਕਸਪੀਰੀਅੰਸ ਕਈ ਜਗ੍ਹਾ ਤੇ ਮਿਲ ਰਿਹਾ। ਔਰ ਮੈਂ ਸਿਗਨਲ ਨੂੰ ਬਹੁਤ ਸਟਰੋਂਗਲੀ ਮਹਿਸੂਸ ਕਰ ਰਿਹਾ ਹਾਂ ਕਿ ਦਿਸ ਇਜ਼ ਦ ਮੈਸੇਜ ਆਫ ਗੁਰੂ ਨਾਨਕ ਦੇਵ ਜੀ। ਇਜ਼ ਇਕੋ-ਸਿੱਖ ਦੀ ਵੀ ਡੈਫੀਨੇਸ਼ਨ ਨਾਲ ਉਹਨੂੰ ਅਸੀਂ ਸਮਝੀਏ। ਇਕੋ-ਸਿੱਖ ਜੇ ਅਸੀਂ ਉਹਨੂੰ ਐਕਸਪਲੇਨ ਨਹੀਂ ਵੀ ਕਰ ਸਕਦੇ ਤਾਂ ਇਕੋ-ਸਿੱਖ ਐਂਡ ਇਕੋ-ਬੀਇੰਗ ਆਰ ਦ ਸੇਮ ਥਿੰਗ। ਗੁਰੂ ਨਾਨਕ ਦੇਵ ਜੀ ਵਾਸਤੇ ਇਕੋ-ਸਿੱਖ, ਇਕੋ-ਬੀਇੰਗ, ਜਿਸ ਵੀ ਵਰਡ ਵਿੱਚ ਉਹਨੂੰ ਅਸੀਂ ਕਹੀਏ every eco being can create a sacred forest, Guru Nanak sacred forest। ਜੋ ਵੀ ਤੁਸੀਂ ਮੰਨਦੇ ਆ, ਕਿਸੇ ਦੇ ਬੈਕਯਾਰਡ 'ਚ ਹੋਵੇ, ਕਿਸੇ ਦੇ ਸ਼ਹਿਰ 'ਚ ਹੋਵੇ, ਕੋਈ ਵੀ ਕਮਿਊਨਿਟੀ ਉਹਨੂੰ ਲਾਵੇ। ਇਹਨਾਂ ਨੇ ਮਹਾਰਾਸ਼ਟਰ ਬਾਰੇ ਦੱਸਿਆ, ਉੱਥੇ ਦੀ ਐਪ ਜਗ੍ਹਾ ਦੇਣ ਵਾਲੀ ਔਰ ਐਪ ਵਿੱਚ ਅਪਲੋਡ ਕਰਨ ਵਾਲੀ ਲੇਡੀ ਬੰਗਾਲੀ ਲੇਡੀ ਹੈ। ਉੱਥੇ ਸਾਰੇ ਡਾਕਟਰ ਮਿਲ ਕੇ ਆਏ ਜਿਹੜੇ ਫੋਰੈਸਟ ਦੇ ਅਫਸਰਾਂ ਨੂੰ, ਮਹਾਰਾਸ਼ਟਰੀਅਨ ਲੋਕਲ ਅਫਸਰ ਹੈਗੇ ਕੰਮ ਕਰਨ ਵਾਲੇ, ਕੋਈ ਗੋਆ ਤੋਂ ਕ੍ਰਿਸਚੀਅਨ ਪੌਲ ਫਰਨੈਂਡਸ, ਤੁਸੀਂ ਸਾਰੇ ਬਠਿੰਡਾ ਮਿਲੇ ਹੋ, ਉਹਨਾਂ ਦੀ ਟੀਮ ਅੱਗੇ ਕੋਈ ਬਿਹਾਰ, ਯੂਪੀ, ਅਲੱਗ-ਅਲੱਗ ਪ੍ਰਾਂਤਾਂ ਤੋਂ। ਸੋ ਦਿਸ ਇਜ਼ ਵੈਰੀ ਵੈਰੀ ਵਾਈਡ ਸਪਰੈਡ, ਇਟ ਅਪੀਲਸ ਟੂ ਐਵਰੀਬਡੀ ਐਂਡ ਇਟ ਇਜ਼ ਇੰਪੋਰਟੈਂਟ ਫॉर ਐਵਰੀਬਡੀ। ਸੋ ਐਵਰੀ ਇਕੋ ਬੀਇੰਗ ਕੈਨ ਕ੍ਰੀਏਟ ਅ ਸੇਕਰਡ ਫੋਰੈਸਟ। ਕੇ ਤੈਨੂੰ ਅੱਗੇ ਕਰਦੇ ਰਹੀਏ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਜਵੀਰ ਜੀ ਤੁਸੀਂ ਅਸੀਂ ਇੱਕ ਛੋਟਾ ਜਿਹਾ ਟੋਕਨ ਤਿਆਰ ਕੀਤਾ ਹੈ to be given to our forest creators and volunteers. These are the jackets that we have. ਲਓ ਜੀ ਆਹ ਜੈਕਟ ਹੈ, ਆ ਪਿੱਛੇ ਲੋਗੋ ਲੱਗਿਆ। ਚਰਨ ਅਸੀਂ ਮਾਰਕਸ ਤਿਆਰ ਕੀਤੇ ਨੇ ਵਿਦ ਫੋਟੋ। ਇਹ ਡਾਕਟਰ ਸਾਹਿਬ ਵੱਲੋਂ ਸਾਰਿਆਂ ਨੂੰ ਜਿਹੜੀ ਜੀ ਆਇਆਂ ਨੂੰ ਤੇ ਸਾਰਿਆਂ ਨੂੰ ਯਾਨੀ ਕਿ ਕਹ ਲਓ ਪਿਆਰ ਸਤਿਕਾਰ ਦੇਣ ਵਾਸਤੇ ਥਾਪੜਾ ਦੇਣ ਵਾਸਤੇ ਡਿਜ਼ਾਈਨ ਕੀਤੀਆਂ ਗਈਆਂ ਇਮੀਡੀਏਟਲੀ। ਬੋਲੇ ਨਾਲ ਹੀ ਜੀ ਆਇਆਂ ਨੂੰ ਕਰਦਾ ਤੇ ਜਸਪ੍ਰੀਤ ਸਿੰਘ ਜਿਹੜੇ ਸਾਡੇ ਬੋਰਡ ਆਫ ਡਾਇਰੈਕਟਰਸ ਨੇ ਇਹ ਵੀ ਸਾਡੇ 'ਚ ਹਾਜ਼ਰ ਹੋਏ ਨੇ ਜੀ। ਬੇਨਤੀ ਕਰਦਾ ਤੁਸੀਂ ਵੀ ਅੱਗੇ ਆਓ। ਇਹਨਾਂ ਨੇ ਵੀ ਜ਼ੋਰਦਾਰ ਤਾੜੀਆਂ ਜੀ। ਪਿਛਲੇ ਕਈ ਸਾਲਾਂ ਤੋਂ ਇਹਨਾਂ ਨੇ ਲਿਟਲ ਗਾਰਡਨਰ ਮੂਵੀ ਬਣਾ ਕੇ ਦੁਨੀਆ ਭਰ 'ਚ ਜਿਹੜਾ ਪ੍ਰਚਾਰ ਕੀਤਾ ਤੇ ਅਸੀਂ ਸਾਰੇ ਲਿਟਲ ਗਾਰਡਨਰ ਬਣ ਚੁੱਕੇ ਹਾਂ ਹੁਣ। ਧੰਨਵਾਦ ਜੀ ਆਇਆਂ ਨੂੰ ਸਾਰਿਆਂ ਨੂੰ। ਕੁਲਬੀਰ ਆ ਜੀ। ਗੁਰਪ੍ਰੀਤ ਸਿੰਘ ਅਮਨਦੀਪ ਸਿੰਘ ਜੀ। ਪਿਕਚਰਸ ਲਈ ਜੋ ਨਾਮ ਦਾ ਵੀਡੀਓ ਜੋ ਵੀ ਕਰੋ। ਮਾਤਾ ਆਈ ਥਿੰਕ ਅੰਦਰ ਹੀ ਰੱਖ ਲਈ ਆਪਾਂ ਬਾਰ-ਬਾਰ ਖੋਲ੍ਹਣ ਨਾਲ। ਇਹ ਆਪਾਂ ਸਾਰੇ ਐਂਡ 'ਚ ਗਰੁੱਪ ਪਿਕਚਰ ਕਰਾਣੀ ਹੈ ਹੁਣ। ਹਾਂਜੀ ਮੈਂ ਨਾਲ ਐਡ ਕਰੀ ਜਾਣਾ ਜਿਵੇਂ ਜਿਵੇਂ ਗੱਲਾਂ ਯਾਦ ਆਉਂਦੀਆਂ। ਇਹ ਸਪੈਸ਼ਲ ਜਿਹੜੀ ਹੈ ਜੈਕਟ ਬਣੀ ਇਸ ਕਰਕੇ ਹੈ ਕਿਉਂਕਿ ਸ਼ੁਭੇਂਦੂ ਜੀ ਨੇ ਅੱਜ ਸਾਨੂੰ ਦੱਸਣਾ ਹੈ ਕਿ ਕਨਵੈਨਸ਼ਨਲ ਫੋਰੈਸਟ ਜਿਹੜੀ ਹੈ ਜਾਂ ਟਰੀਜ਼ ਪਲਾਂਟੇਸ਼ਨ ਹੈ ਉਹ ਸਰਦੀਆਂ 'ਚ ਬੰਦ ਹੋ ਜਾਣੀ ਹੈ, ਪਰ ਜਿਹੜੀਆਂ ਮੀਆਂਵਾਕੀ ਫੋਰੈਸਟ ਨੇ ਜਾਂ ਗੁਰੂ ਨਾਨਕ ਸੈਕਰਡ ਫੋਰੈਸਟ ਨੇ ਇਹ ਥਰੂ ਆਊਟ ਵਿੰਟਰਸ ਲੱਗਣੀਆਂ ਤੇ ਅੱਧੀਆਂ ਬਾਹਾਂ ਵਾਲੀਆਂ ਟੀ-ਸ਼ਰਟਸ ਨਹੀਂ ਚੱਲਣੀਆਂ। ਸੋ ਡਾਕਟਰ ਸਾਹਿਬ ਦਾ ਧੰਨਵਾਦ ਜੀ ਇਹਦੇ ਲਈ। ਸਨੀ ਜੀ ਤੁਸੀਂ ਪਹਿਲਾਂ ਨਾਮ ਬੋਲ ਦਿਓ। ਦੇ ਸਾਈਜ਼ ਉਨੀ ਅੱਗੇ ਹੋਏ ਮਾਰਨ ਬਾਅਦ ਵਿੱਚ ਦੱਸ ਦੇ ਇਹ ਛੋਟਾ ਹੀ ਲੱਗ ਰਿਹਾ। ਬੋਲੇ ਸੋਨਿਹਾ ਸਤਿ ਸ੍ਰੀ ਅਕਾਲ। ਸਨੀ ਗੋਇਲ। ਨੈਕਸਟ ਗੋਇਲ। ਸੁਖਪ੍ਰੀਤ ਵੀਰ ਜੀ ਆ ਰਹੇ। ਜਸਪ੍ਰੀਤ ਜੀ ਇਹ ਸਾਡੇ ਹੀਰੇ ਨੇ ਸਾਰੇ ਜਿੰਨੇ ਵੀ। ਹਾਂਜੀ ਹਾਂਜੀ। ਸਨੀ ਗੋਇਲ ਜੀ। ਸਨੀ ਜੀ ਨਾਲ ਇੱਕ ਫੋਟੋ ਖਿਚਾ ਲਈਏ। ਹਾਂ ਹਾਂਜੀ। ਆਓ ਜੀ ਆਓ ਜੀ। ਨੈਕਸਟ ਆਓ ਜੀ। ਨੈਕਸਟ ਜੀ ਆਓ। ਆਓ ਜੀ ਜੈਕਟ ਸੁਖਪ੍ਰੀਤ ਸਿੰਘ ਜੀ। ਬੋਲੇ ਸੋਨਿਹਾ ਸਤਿ ਸ੍ਰੀ ਅਕਾਲ। ਸਾਡੇ ਜੀਜਾ ਜੀ ਵੀ ਨੇ ਨਾਮ ਇਹਨਾਂ ਦਾ ਵੱਧ ਧੰਨਵਾਦ। ਇਹਨਾਂ ਨੂੰ ਸਾਈਜ਼ ਥੋੜਾ ਵੱਡਾ ਦੇ। ਨੈਕਸਟ ਨਾਮ ਹਲੋ ਆ ਲਓ। ਸੁਦਾਂਸ਼ੂ ਬੋਲੇ ਸੋਨਿਹਾ ਸਤਿ ਸ੍ਰੀ ਅਕਾਲ। ਇਹ ਨਾਲ ਇਕੱਠੇ ਕਰਾਓ ਜੀ ਇਹ ਹਾਣੀ ਨੇ। ਆਓ ਜੀ ਜੋੜੀ ਹੈ। ਲਓ ਜੀ। ਬੋਲੇ ਸੋਨਿਹਾ ਸਤਿ ਸ੍ਰੀ ਅਕਾਲ। ਇੰਦਰਜੀਤ